ਸਤਨਾਮ ਵਾਹਿਗੁਰੂ ਜੀ। हमारी प्यारी अमृत तारी, गुर निमुख न मन ते टारी रे। दर्शन परसन सरसन हरसन, रंग रंगी कर तारी रे। खिन राम गुर गम हर दम नह जम, हर कंठ नानक उर हारी रे। सतनाम वाहिगुरु जीओ। उलट जात कुल दो बिसारी, सुन सहज मैं बुणत हमारी। हमरा झगड़ा रहा ना को, पंडित मुल्ला छाड़े दो रहाओ। बुन बुन आप आप पहरामो, जहाँ नहीं आप तहाँ हुए गाँव। पंडित मुल्ला जो लिख दिया, छाड़ चले हम किछु ना लिया। पंडित मुल्ला जो लिख दिया, छाड़ चले हम किछु ना लिया। हृदय इखलास निरख लै मीरा, आप खोज खोज मिलै कबीरा। हृदय इखलास निरख लै मीरा, आप खोज खोज मिलै कबीरा। मिलै कबीरा। सतगुरु श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਸਵਰੂਪ
ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਚੱਲ ਰਹੀ ਵਿਚਾਰਾਂ ਦੀ ਲੜੀ ਦੇ ਤਹਿਤ ਆਓ ਅੱਜ ਤੀਜੇ ਦਿਨ ਦੀ ਵਿਚਾਰ ਵਖਿਆਨ ਬਾਬਾ ਕਬੀਰ ਸਾਹਿਬ ਜੀ ਦੇ ਇਸ ਪਵਿੱਤਰ ਸ਼ਬਦ ਨੂੰ ਆਧਾਰ ਬਣਾ ਕੇ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦਿ ਬੀੜ ਦੀ ਆਰੰਭਤਾ, ਬਾਣੀ ਦੇ ਇਕੱਠੇ ਹੋਣ ਦੀ ਆਰੰਭਤਾ ਅਤੇ ਸੰਪਾਦਿਤ ਹੋਣ ਤੱਕ ਦੀ ਇਸ ਲੜੀ ਨੂੰ ਜਾਣਨ ਦਾ ਯਤਨ ਕਰਦੇ ਹਾਂ। ਵਖਿਆਨ ਆਰੰਭ ਕਰਦੇ ਹਾਂ ਪਿਆਰ ਸਹਿਤ ਕਹਿਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਅਸਾਂ ਨੇ ਕੱਲ ਦੀ ਲੜੀ ਦੇ ਵਿੱਚ ਇਹ ਵਿਚਾਰਿਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਸੰਸਾਰ ਵਿੱਚ ਪੈਰ ਰੱਖਣ ਤੋਂ ਪਹਿਲਾਂ ਹੀ ਬਾਣੀ ਇਸ ਸੰਸਾਰ ਵਿੱਚ ਸੀ ਅਤੇ ਉਹ ਬਾਣੀ ਲੋਕ ਮਨਾਂ ਦੇ ਵਿੱਚ ਘਰ ਕਰ ਚੁੱਕੀ ਸੀ। 12ਵੀਂ ਸਦੀ ਤੋਂ ਲੈ ਕੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੱਕ ਇਹਨਾਂ 4 ਕੁ ਸਦੀਆਂ ਦੇ ਵਿੱਚ 15 ਭਗਤਾਂ ਨੇ ਅਣਥੱਕ ਮਿਹਨਤ ਕਰਕੇ ਬਾਣੀ ਦੇ ਸ਼ਬਦਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਸੀ। ਬਹੁਤ ਸਾਰੇ ਲੋਕ ਭਾਰਤ ਦੀ ਧਰਤੀ ਤੇ ਇਹਨਾਂ ਭਗਤਾਂ ਦੇ ਇਹਨਾਂ ਸ਼ਬਦਾਂ ਨੂੰ ਗਾਉਂਦੇ ਸਨ, ਪੜ੍ਹਦੇ ਸਨ, ਸੁਣਦੇ ਸਨ। ਜੇ ਤੁਹਾਨੂੰ ਮੇਰੀ ਇਸ ਗੱਲ ਤੇ ਯਕੀਨ ਨਹੀਂ ਤਾਂ ਬਾਬਾ ਕਬੀਰ ਸਾਹਿਬ ਜੀ ਦੇ ਕਹੇ ਹੋਏ ਬਚਨ ਤੇ ਯਕੀਨ ਜ਼ਰੂਰ ਕਰਿਓ। ਉਹਨਾਂ ਨੇ ਕਿਹਾ ਸੀ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਪਦ ਪਾਏ। ਇਹ ਸੰਸਾ ਨਹੀਂ, ਦੁਬਦਾ ਨਹੀਂ, ਸ਼ੱਕ ਨਹੀਂ। ਇਸ ਪਵਿੱਤਰ ਬਾਣੀ ਨੂੰ ਜੇ ਕੋਈ ਗਾਏਗਾ, ਸੁਣੇਗਾ, ਉਹਦੇ ਹਿਰਦੇ ਦੇ ਅੰਦਰ ਇਹ ਬਾਣੀ ਇੱਕ ਵਿਸ਼ੇਸ਼ ਤਰਬ ਜ਼ਰੂਰ ਛੇੜੇ। ਉਹਦੇ ਅੰਦਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਡੁੰਬੇਗੀ ਜ਼ਰੂਰ ਇੱਕ ਵਾਰ। ਸੋ ਭਗਤ ਸਾਹਿਬਾਨ ਦੀ ਅਣਥੱਕ ਮਿਹਨਤ ਦਾ ਸਦਕਾ ਬਾਣੀ ਲੋਕ ਮਨਾਂ ਤੱਕ, ਲੋਕ ਘਰਾਂ ਤੱਕ ਪਹੁੰਚ ਗਈ। ਲੋਕ ਇਸ ਨੂੰ ਗਾ ਰਹੇ ਸਨ ਤੇ ਬਾਬਾ ਕਬੀਰ ਸਾਹਿਬ ਜੀ ਨੇ ਅਖੀਰ ਫੈਸਲਾ ਇਹ ਕਰ ਦਿੱਤਾ ਜੋ ਉਹਨਾਂ ਦੇ ਸ਼ਬਦ ਵਿੱਚ ਹੈ। ਕਿਉਂਕਿ ਜਦੋਂ ਇੱਕ ਪਾਸੇ ਬਾਣੀ ਖੜੀ ਹੋਈ, ਇੱਕ ਪਾਸੇ ਦੂਜੀਆਂ ਧਿਰਾਂ ਖੜੀਆਂ ਹੋਈਆਂ। ਦੂਜੀਆਂ 3 ਧਿਰਾਂ ਸਨ। ਇੱਕ ਜੋਗੀ ਸਨ, ਇੱਕ ਪੰਡਤ ਸਨ, ਇੱਕ ਕਾਜੀ ਸਨ। ਉਹਨਾਂ ਕੋਲ ਵੀ ਆਪਣਾ ਲਿਖਿਆ ਹੋਇਆ ਬੜਾ ਵੱਡਾ ਸਾਹਿਤ ਸੀ। ਕਾਜੀ ਕੋਲ ਆਪਣਾ ਸਾਹਿਤ ਸੀ, ਪੰਡਤ ਕੋਲ ਆਪਣਾ ਸਾਹਿਤ ਸੀ, ਜੋਗੀਆਂ ਕੋਲ ਆਪਣਾ ਸਾਹਿਤ ਸੀ ਤੇ ਉਹ ਸਾਹਿਤ ਲੋਕਾਂ ਦੇ ਵਿੱਚ ਸੀਗਾ। ਇਸ ਬਾਣੀ ਦੇ ਆਉਣ ਤੋਂ ਪਹਿਲਾਂ ਲੋਕ ਇਸ ਸਾਹਿਤ ਨੂੰ ਪੜ੍ਹਦੇ ਸਨ। ਇਹਨਾਂ ਸਾਹਿਤਾਂ ਵਿੱਚੋਂ ਮੈਂ ਕੱਲ ਇੱਕ ਖਾਸ ਸਾਹਿਤ ਦਾ ਜ਼ਿਕਰ ਕੀਤਾ ਸੀ ਜਿਹਦੇ 2 ਨਾਮ ਆਏ ਸੀ। ਇੱਕ ਆਇਆ ਸੀ ਦਿਵਯ ਪ੍ਰਬੋਧਮ, ਇੱਕ ਆਇਆ ਸੀ ਸਰੋਤਰ ਗੀਤ। ਇਹ 2 ਤਰ੍ਹਾਂ ਦੇ ਕਾਵ ਸ਼ਾਸਤਰ ਕਹਿ ਲਓ, ਕਾਵ ਬੰਦ ਕਹਿ ਲਓ, ਕਾਵ ਪਦੇ ਕਹਿ ਲਓ। ਜਿਹੜਾ ਮੈਂ ਜ਼ਿਕਰ ਕੀਤਾ ਸੀ ਸਰੋਤਰ ਪਦਿਆਂ ਦਾ, ਸਰੋਤਰ ਪਦਿਆਂ ਦੀ ਗਿਣਤੀ 4000 ਹੈ।
ਉਹਦਾ ਇੱਕ ਗ੍ਰੰਥ ਹੈ। ਉਹ ਗ੍ਰੰਥ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗ੍ਰੰਥ ਤਿਆਰ ਹੈ ਇਵੇਂ ਹੀ ਹੈ। ਉਹਦੇ 'ਚ ਵੀ ਇੱਕ ਖਾਸ ਲੜੀ ਹੈ ਜਿਹੜਾ ਅੱਜ ਵੀ ਮਿਲਦਾ ਹੈ। ਲੋਕ ਉਹਨੂੰ ਵੀ ਪੜ੍ਹਦੇ ਸਨ, ਲੋਕ ਉਹਨਾਂ ਪਦਿਆਂ ਨੂੰ ਵੀ ਗਾਉਂਦੇ ਸਨ, ਪੰਡਤ ਦੇ ਲਿਖੇ ਹੋਏ ਸਾਹਿਤ ਨੂੰ ਵੀ ਪੜ੍ਹਦੇ ਤੇ ਗਾਉਂਦੇ ਸਨ, ਕਾਜੀ ਦੀ ਸ਼ਰ੍ਹਾ ਨੂੰ ਵੀ ਪੜ੍ਹਦੇ ਸਨ ਜਦੋਂ ਮੁਸ਼ਾਇਰੇ ਹੁੰਦੇ ਸਨ। ਮੁਸ਼ਾਇਰਿਆਂ ਦਾ ਤੁਹਾਨੂੰ ਪਤਾ ਹੈ, ਜਿਹਨੂੰ ਆਪਾਂ ਜਲਸੇ ਵੀ ਕਹਿੰਦੇ। ਇਸਲਾਮ ਵਿੱਚ ਜਲਸਿਆਂ ਦਾ ਬੜਾ ਮਹੱਤਵ ਹੈ। ਉਹਨਾਂ ਜਲਸਿਆਂ ਦੇ ਵਿੱਚ ਉਹ ਕਾਵਕ ਰੂਪ ਦੇ ਵਿੱਚ ਬਹੁਤ ਸਾਰੀ ਛੰਦਾਬੰਦੀ ਪੜ੍ਹਦੇ ਨੇ, ਜਿਹਦੇ ਵਿੱਚ ਇਸਲਾਮ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਅੱਜ ਵੀ ਇਸਲਾਮ ਵਿੱਚ ਜਲਸਿਆਂ ਨੂੰ ਅਹਿਮ ਜਗ੍ਹਾ ਹੈ। ਅੱਜ ਵੀ ਇਸਲਾਮ ਵਿੱਚ ਮੁਸ਼ਾਇਰਿਆਂ ਨੂੰ ਅਹਿਮ ਜਗ੍ਹਾ ਹੈ। ਇਵੇਂ ਹੀ ਪੰਡਤ ਜਿਹੜਾ ਹੈ ਉਹਦੇ ਕੋਲ ਜੋ ਆਪਣਾ ਸਾਹਿਤ ਸੀ ਉਹ ਉਹਨੂੰ ਗਾਉਂਦਾ ਤੇ ਪੜ੍ਹਾਉਂਦਾ ਸੀਗਾ। ਜੋਗੀਆਂ ਕੋਲ ਆਪਣਾ ਸਾਹਿਤ ਸੀ, ਉਹ ਉਹਨੂੰ ਗਾਉਂਦੇ ਸਨ। ਜੋਗੀਆਂ ਬਾਰੇ ਮੈਂ ਥੋੜਾ ਜਿਹਾ ਜ਼ਿਕਰ ਕਰਾਂਗਾ। ਬਾਣੀ ਵਿੱਚ ਉਹਦਾ ਜ਼ਿਕਰ ਆਇਆ। ਜਿਵੇਂ ਸਾਡੇ 'ਚ ਅਸੀਂ ਮੰਨਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਰਬਾਬ ਤੇ ਗਾਇਆ, ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਤੰਤੀ ਸਾਜ਼ਾਂ ਤੇ ਗਾਇਆ, ਇਵੇਂ ਜੋਗੀਆਂ ਦੇ ਇੱਕ ਸਾਜ਼ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਜਿਹਨੂੰ ਉਹ ਸਿੰਘੀ ਕਹਿੰਦੇ ਸਨ। ਸਿੰਘੀ ਉਸ ਨੂੰ ਉਹ ਵਜਾਉਂਦੇ ਸਨ ਤੇ ਵਜਾ ਕੇ ਉਹਦੇ ਤੇ ਉਹ ਆਪਣੀ ਲਿਖੀ ਹੋਈ ਰਚਨਾ ਨੂੰ ਗਾਇਆ ਕਰਦੇ ਸਨ। ਲੋਕਾਂ ਦੇ ਵਿੱਚ ਜਾ ਕੇ ਲੋਕ ਉਹਨੂੰ ਸੁਣਦੇ ਸਨ। ਸਿੰਘੀ ਨਾਦ ਦਾ ਜ਼ਿਕਰ ਬਾਣੀ ਦੇ ਵਿੱਚ ਕਈ ਵਾਰ ਤੁਹਾਨੂੰ ਮਿਲੇਗਾ। ਉਹਨੂੰ ਉਹ ਵਜਾਉਂਦੇ ਸਨ ਤੇ ਵਜਾ ਕੇ ਉਹਨੂੰ ਗਾਇਆ ਕਰਦੇ ਸਨ। ਜੇ ਆਪਾਂ ਪੰਡਤ ਦੇ ਸਾਹਿਤ ਦੀ ਗੱਲ ਕਰੀਏ ਤਾਂ ਪੰਡਤ ਦੇ ਸਾਹਿਤ ਵਿੱਚ ਵੀ ਸਾਜ਼ਾਂ ਦਾ ਜ਼ਿਕਰ ਹੈ ਤੇ ਉਹਨਾਂ ਸਾਜ਼ਾਂ ਨਾਲ ਉਹ ਆਪਣੇ ਸਾਹਿਤ ਨੂੰ, ਕਾਵਕ ਰਚਨਾ ਨੂੰ ਗਾਇਆ ਕਰਦੇ ਸਨ। ਆਪ ਜੀ ਸ਼ਾਮ ਨੂੰ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉਹਦੇ 'ਚ ਇੱਕ ਸ਼ਬਦ ਆਉਂਦਾ ਹੈ ਆਰਤੀ ਵਾਲਾ, ਉਹਨੂੰ ਕਦੀ ਧਿਆਨ ਨਾਲ ਪੜ੍ਹੋ। ਉਹਦੇ ਵਿੱਚ ਜਿੰਨੇ ਵੀ ਰੂਪਕ ਵਰਤੇ ਗਏ ਨੇ ਉਹ ਸਾਰੇ ਦੇ ਸਾਰੇ ਜਿਹੜੇ ਹਨ ਬ੍ਰਾਹਮਣ ਸਾਹਿਤ ਦੇ ਹਨ। ਉਹਦੇ 'ਚ ਉਹਨਾਂ ਨੇ ਇੱਕ ਸਾਜ਼ ਦਾ ਜ਼ਿਕਰ ਕੀਤਾ, ਭੇਰੀ। ਅਨਹਦਾ ਸ਼ਬਦ ਬਾਜੰਤ ਭੇਰੀ। ਜਿਵੇਂ ਜੋਗੀਆਂ ਦਾ ਸਾਜ਼ ਸਿੰਘੀ ਸੀ, ਇਵੇਂ ਪੰਡਤਾਂ ਦੇ ਵੱਡੇ ਵੱਡੇ ਮੰਦਰਾਂ ਦੇ ਵਿੱਚ ਜਦੋਂ ਆਰਤੀ ਹੁੰਦੀ ਸੀ, ਆਰਤੀ ਉਹਨਾਂ ਦਾ ਅਹਿਮ ਵਿਧਾਨ ਹੈ। ਕਿਸੇ ਵੀ ਮੰਦਰ ਚੱਲ ਜਾਓ। ਪਿਛਲੇ ਦਿਨਾਂ ਦੇ ਵਿੱਚ ਜਦੋਂ ਯੂਪੀ ਦੇ ਵਿੱਚ ਰਾਜਨੀਤਿਕ ਬਦਲਾਵ ਆਇਆ ਤੇ ਉੱਥੋਂ ਦੇ ਰਾਜਨੀਤਿਕ ਆਗੂਆਂ ਨੇ ਬਹੁਤ ਤਰ੍ਹਾਂ ਦੀ ਆਰਤੀ ਜਿਹੜੀ ਹੈ ਉਸ ਨੂੰ ਪ੍ਰਚਲਿਤ ਕੀਤਾ। ਜਿਵੇਂ ਗੰਗਾ ਦੀ ਆਰਤੀ ਜਾਂ ਹੋਰ ਕਈਆਂ ਦੀਆਂ ਆਰਤੀਆਂ ਦੀ ਚਰਚਾ ਅਖਬਾਰਾਂ 'ਚ ਤੁਸੀਂ ਸੁਣੇ ਹੋਏ। ਇਹਦਾ ਵਿਰੋਧ ਵੀ ਆਇਆ। ਪ੍ਰਧਾਨ ਮੰਤਰੀ ਵੱਲੋਂ ਵੀ ਕਈ ਤਰ੍ਹਾਂ ਦੀ ਆਰਤੀ ਦਾ ਪ੍ਰਚਾਰ ਜਿਹੜਾ ਹੈ ਉਹ ਕੀਤਾ ਗਿਆ, ਜਿਹਦਾ ਜ਼ਿਕਰ ਅਖਬਾਰਾਂ 'ਚ ਵੀ ਆਇਆ। ਸੋ ਜਦੋਂ ਆਰਤੀ ਕਰਦੇ ਸਨ ਤੇ ਉਹਦੇ 'ਚ ਇੱਕ ਸਾਜ਼ ਵੱਜਦਾ ਸੀ, ਜਿਸ ਸਾਜ਼ ਨੂੰ ਕਹਿੰਦੇ ਸਨ ਭੇਰੀ। ਉਹ ਭੇਰੀ ਸਾਜ਼ ਨੂੰ ਵਜਾ ਕੇ ਤੇ ਉਹਦੇ ਤੇ ਪੰਡਤ ਦਾ ਲਿਖਿਆ ਹੋਇਆ ਸਾਹਿਤ ਪੜ੍ਹਿਆ ਜਾਂਦਾ ਸੀ। ਉਹ ਕਾਵਕ ਸ਼ਬਦ ਪੜ੍ਹੇ ਜਾਂਦੇ ਸਨ, ਬੋਲ ਪੜ੍ਹੇ ਜਾਂਦੇ ਸਨ। ਸੋ ਆਪਾਂ ਇਉਂ ਕਹਿ ਸਕਦੇ ਹਾਂ, ਜੋਗ ਮਤ ਵਾਲੇ ਸਿੰਘੀ ਵਜਾ ਕੇ ਤੇ ਉਹਦੇ ਤੇ ਕਾਵਕ ਸ਼ਾਸਤਰ ਜਾਂ ਕਾਵਕ ਬੋਲ ਪੜ੍ਹਦੇ ਸਨ ਜਾਂ ਕਾਵਕ ਛੰਦਾਬੰਦੀ ਪੜ੍ਹਦੇ ਸਨ। ਬ੍ਰਾਹਮਣ ਜਾਂ ਪੰਡਤ ਭੇਰੀ ਵਜਾ ਕੇ ਤੇ ਉਹਦੇ ਤੇ ਆਰਤੀ ਵੇਲੇ ਜਾਂ ਬਾਕੀ ਤਰ੍ਹਾਂ ਦੀਆਂ ਪੂਜਾਵਾਂ ਵੇਲੇ ਉਹ ਕਾਵਕ ਛੰਦਾਬੰਦੀ ਪੜ੍ਹਿਆ ਕਰਦਾ ਸੀ। ਤੇ ਇਵੇਂ ਹੀ ਜਦੋਂ ਕਾਜ਼ੀਆਂ ਦੇ ਜਲਸੇ ਜਾਂ ਮੁਲਾਣੇ ਹੁੰਦੇ ਜਾਂ ਮੁਸ਼ਾਇਰੇ ਹੁੰਦੇ ਸਨ ਤਾਂ ਉਹਨਾਂ ਵਿੱਚ ਸਾਜ਼ ਕੋਈ ਨਹੀਂ ਸੀ ਵਰਤਿਆ ਜਾਂਦਾ। ਉਹ ਕੇਵਲ ਆਪਣੇ ਗਲੇ ਦੀ ਬਣਤਰ ਦੇ ਨਾਲ ਹੀ ਚੀਜ਼ਾਂ ਨੂੰ ਗਾਇਆ ਕਰਦੇ ਸਨ। ਉਹਨਾਂ ਵਿੱਚ ਸਾਜ਼ ਨਹੀਂ ਵਰਤਿਆ ਜਾਂਦਾ। ਇਸਲਾਮ ਵਿੱਚ ਸਾਜ਼ ਹਰਾਮ ਹੈ। ਸੋ ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਜੇ ਸਾਜ਼ ਹੈ ਤੇ ਸਾਜ਼ ਦੇ ਪਿੱਛੇ ਕੋਈ ਕਾਵ ਵੀ ਹੈ, ਕੋਈ ਕਵਿਤਾ ਹੈ ਜਿਹਨੂੰ ਉਹ ਗਾ ਰਹੇ ਸਨ, ਪੜ੍ਹ ਰਹੇ ਸਨ ਤੇ ਲੋਕਾਂ ਵਿੱਚ ਸੀ। ਸੋ ਦੋ ਧਿਰਾਂ ਬਣ ਗਈਆਂ। ਇੱਕ ਧਿਰ ਉਹ ਸੀ ਬਾਬਾ ਕਬੀਰ ਸਾਹਿਬ ਦੇ ਵੇਲੇ ਤੱਕ, ਜਿਸ ਧਿਰ ਕੋਲ ਭਗਤਾਂ ਦੀ ਲਿਖੀ ਹੋਈ ਬਾਣੀ ਸੀ, ਕਿਉਂਕਿ ਇਹਨਾਂ ਭਗਤਾਂ ਦੀ ਆਪਸ ਵਿੱਚ ਸਾਂਝ ਦਾ ਜ਼ਿਕਰ ਜਿਹੜਾ ਹੈ ਗੁਰਬਾਣੀ 'ਚ ਮਿਲਦਾ ਹੈ। ਬਾਬਾ ਕਬੀਰ ਸਾਹਿਬ ਦਾ, ਬਾਬਾ ਨਾਮਦੇਵ ਸਾਹਿਬ ਦਾ, ਬਾਬਾ ਰਵਿਦਾਸ ਸਾਹਿਬ ਦਾ, ਬਾਬਾ ਤਰਲੋਚਨ ਜੀ ਦਾ।
ਇਹਨਾਂ ਦੀ ਆਪਸ ਵਿੱਚ ਸਾਂਝ ਹੈ ਤੇ ਇਹਨਾਂ ਚਾਰਾਂ ਭਗਤਾਂ ਦੀ ਹੀ ਸਭ ਤੋਂ ਵਧੇਰੇ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ। ਸਭ ਤੋਂ ਵਧੇਰੇ ਬਾਣੀ ਭਗਤ ਕਬੀਰ ਸਾਹਿਬ ਦੀ ਹੈ, ਉਹਦੇ ਤੋਂ ਘੱਟ ਨਾਮਦੇਵ ਸਾਹਿਬ ਦੀ ਹੈ, ਉਹਦੇ ਤੋਂ ਘੱਟ ਭਗਤ ਰਵਿਦਾਸ ਸਾਹਿਬ ਦੀ ਹੈ, ਤੇ ਉਹ ਤੋਂ ਥੋੜੀ ਫਿਰ ਅਸੀਂ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਜੀ ਦੀ, ਫਿਰ ਬਾਬਾ ਤਰਲੋਚਨ ਸਾਹਿਬ ਜੀ ਦੀ। ਸੋ ਬਾਬਾ ਫਰੀਦ ਸਾਹਿਬ ਪੰਜਾਬ ਦੇ ਹੋਣ ਕਰਕੇ ਉਹਨਾਂ ਦਾ ਇਹਨਾਂ ਨਾਲ ਮੇਲ ਜੋਲ ਦਾ ਕਿਤੇ ਜ਼ਿਕਰ ਨਹੀਂ ਮਿਲਦਾ, ਪਰ ਇਹਨਾਂ ਚਾਰ ਭਗਤਾਂ ਦਾ ਆਪਸ ਵਿੱਚ ਮੇਲ ਜੋਲ ਦਾ ਜ਼ਿਕਰ ਸਾਨੂੰ ਬਾਣੀ 'ਚ ਹੀ ਮਿਲਦਾ। ਜਿਵੇਂ ਇੱਕ ਸ਼ਬਦ ਅਸੀਂ ਕਈ ਵਾਰੀ ਪੜ੍ਹਿਆ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਹੁਣ ਇਹ ਗੱਲਬਾਤ ਕਿਹਦੀ ਹੈ? ਇਹ ਨਾਮਦੇਵ ਦੀ ਤੇ ਤਰਲੋਚਨ ਦੀ ਹੈ, ਪਰ ਲਿਖ ਕੌਣ ਰਿਹਾ? ਕਬੀਰ ਸਾਹਿਬ ਲਿਖ ਰਹੇ ਨੇ। ਕਬੀਰ ਸਾਹਿਬ ਨੂੰ ਕਿਵੇਂ ਪਤਾ, ਉਹਨਾਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਨਾਮਦੇਵ ਕਿੱਥੇ ਰਹਿੰਦਾ ਹੈ, ਤਰਲੋਚਨ ਕਿੱਥੇ ਰਹਿੰਦਾ ਹੈ, ਕਬੀਰ ਸਾਹਿਬ ਕਿੱਥੇ ਰਹਿੰਦੇ ਨੇ? ਉਹ ਮਹਾਰਾਸ਼ਟਰ 'ਚ ਨੇ, ਉਹ ਬਨਾਰਸ ਨੇ। ਇਹਦਾ ਮਤਲਬ ਹੈ ਕੋਈ ਸਾਂਝ ਹੈ, ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਲਿਖ ਰਹੇ ਨੇ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਸੋ ਮੁੱਕ ਦੀ ਗੱਲ ਮੈਂ ਇੱਥੇ ਮੁਕਾਵਾਂ, ਗੱਲ ਨੂੰ ਲੰਮਾ ਨਾ ਕਰਾਂ, ਕਿ ਇਹਨਾਂ ਭਗਤਾਂ ਦੀ ਆਪਸ ਵਿੱਚ ਇੱਕ ਸਾਂਝ ਬਣ ਗਈ ਸੀ ਬਾਣੀ ਕਰਕੇ, ਵਿਚਾਰ ਕਰਕੇ, ਤੇ ਉੱਠੀ ਹੋਈ ਇੱਕ ਲਹਿਰ ਕਰਕੇ। ਉਸ ਸਾਂਝ ਵਿੱਚ ਇਹ ਇੱਕ ਧਿਰ ਬਣ ਗਈ ਸੀ ਤੇ ਦੂਜੇ ਪਾਸੇ ਇੱਕ ਉਹ ਧਿਰ ਸੀ ਜਿਹਦੇ 'ਚ ਤਿੰਨ ਬੰਦੇ ਸਨ। ਇੱਕ ਸਨ ਜੋਗੀ, ਇੱਕ ਸਨ ਪੰਡਤ, ਤੇ ਇੱਕ ਸਨ ਕਾਜ਼ੀ। ਇਹਨਾਂ ਤਿੰਨਾਂ ਦੇ ਸਾਹਮਣੇ ਬਾਬਾ ਕਬੀਰ ਸਾਹਿਬ ਜੀ ਨੇ ਖੜ ਕੇ ਇੱਕ ਗੱਲ ਕਹੀ। ਕਹਿਣ ਲੱਗੇ, ਹੁਣ ਸਾਡੀ ਗੱਲ ਧਿਆਨ ਨਾਲ ਸੁਣ ਲਿਓ। ਸਾਡੇ ਕੋਲ ਆਪਣਾ ਸਾਹਿਤ ਹੈ, ਸਾਡੇ ਕੋਲ ਆਪਣੀ ਲਿਖੀ ਹੋਈ ਬਾਣੀ ਹੈ, ਸਾਡੇ ਕੋਲ ਆਪਣੀ ਪਰਮੇਸ਼ਰ ਦੀ ਭੇਜੀ ਹੋਈ ਇੱਕ ਖਾਸ ਵਿਚਾਰ ਹੈ। ਇਸੇ ਕਰਕੇ ਹੁਣ ਤੁਹਾਡਾ ਤੇ ਸਾਡਾ ਕੋਈ ਝਗੜਾ ਨਹੀਂ ਰਿਹਾ। ਉਹਨਾਂ ਨੇ ਸਿੱਧਾ ਤੇ ਸਪਸ਼ਟ ਕਰ ਦਿੱਤਾ, ਕਿਉਂਕਿ ਪਹਿਲਾਂ ਨਿਰਭਰ ਸਨ, ਆਪਣੇ ਕੋਲ ਕੁਝ ਨਹੀਂ ਸੀ, ਆਪਣਾ ਰਚਿਆ ਹੋਇਆ ਕੁਝ ਨਹੀਂ ਸੀ, ਆਪਣੇ ਨਾਲ ਚੰਦ ਬੰਦੇ ਨਹੀਂ ਸੀ। ਹੁਣ ਬਾਬਾ ਕਬੀਰ ਸਾਹਿਬ ਦੇ ਵੇਲੇ ਤੱਕ ਇੱਕ ਲਹਿਰ ਵੱਡੀ ਖੜੀ ਹੋ ਗਈ। ਉਸ ਲਹਿਰ ਵੱਡੀ ਖੜੀ ਹੋਣ ਦੇ ਕਾਰਨ ਉਹਨਾਂ ਨੇ ਇੱਕ ਗੱਲ ਆਪਣੀ ਬਾਣੀ 'ਚ ਕਹੀ। ਕਹਿਣ ਲੱਗੇ, ਹਮਰਾ ਝਗੜਾ ਰਹਾ ਨਾ ਕੋ। ਤੁਹਾਡਾ ਤੇ ਸਾਡਾ ਹੁਣ ਕੋਈ ਝਗੜਾ ਨਹੀਂ ਰਿਹਾ। ਪਹਿਲਾਂ ਝਗੜਾ ਸੀ, ਕਿਹੜੀ ਗੱਲ ਦਾ? ਕਿਉਂਕਿ ਉਹਨਾਂ ਦੇ ਹੀ ਮੰਦਰਾਂ 'ਚ ਜਾਣਾ ਪੈਂਦਾ ਸੀ, ਉਹਨਾਂ ਦੇ ਲਿਖੇ ਹੋਏ ਕਾਵ ਬੋਲਾਂ ਨੂੰ ਪੜ੍ਹਨਾ ਪੈਂਦਾ ਸੀ, ਉਹਨਾਂ ਦੇ ਵਿਧੀ ਵਿਧਾਨ ਦੁਆਰਾ ਹੀ ਪੂਜਾ ਕਰਨੀ ਪੈਂਦੀ ਸੀ। ਆਪਣਾ ਕੁਝ ਹੈ ਹੀ ਨਹੀਂ ਸੀਗਾ, ਨਾ ਆਪਣਾ ਕੋਈ ਧਾਰਮਿਕ ਸਥਾਨ ਸੀਗਾ, ਨਾ ਆਪਣਾ ਕੋਈ ਲਿਖਿਆ ਹੋਇਆ ਬਾਣੀ ਦਾ ਸਾਹਿਤ ਸੀ, ਕਾਵ ਸਾਹਿਤ ਸੀਗਾ, ਨਾ ਹੀ ਕੋਈ ਆਪਣੀ ਵਿਚਾਰਧਾਰਾ ਸੀਗੀ। ਇਸ ਕਰਕੇ ਸਾਰਾ ਕੁਝ ਡਿਪੈਂਡ ਸੀਗਾ ਕਿਹਦੇ ਤੇ? ਜਾਂ ਪੰਡਤ ਤੇ, ਜਾਂ ਕਾਜੀ ਤੇ ਜਾਂ ਜੋਗੀ ਤੇ। ਪਰ ਜਦੋਂ ਬਾਬਾ ਕਬੀਰ ਸਾਹਿਬ ਤੇ ਇਹਨਾਂ ਭਗਤਾਂ ਨੇ ਆਪਣਾ ਸਾਰਾ ਕੁਝ ਰਚ ਲਿਆ, ਆਪਣੀ ਅਲੱਗ ਇੱਕ ਲਹਿਰ ਖੜੀ ਕਰ ਲਈ, ਤੇ ਇਹਨਾਂ ਨੇ ਇਹ ਗੱਲ ਉੱਚੀ ਆਵਾਜ਼ 'ਚ ਕਹੀ, ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛੱਡੇ ਦੋ। ਅਸੀਂ ਤੁਹਾਨੂੰ ਛੱਡ ਦਿੱਤਾ। ਇੱਥੇ ਇਸ ਗੱਲ ਨੂੰ ਛੱਡਣ ਦਾ ਭਾਵ ਕੀ ਹੈ? ਕਿਹਨੂੰ ਛੱਡਿਆ ਉਹਨਾਂ ਨੇ? ਛੱਡਣ ਦਾ ਭਾਵ ਹੈ ਜਿੱਥੇ ਉਹਨਾਂ ਨੇ ਇਹਨਾਂ ਨਾਲ ਬਾਕੀ ਸਾਂਝਾਂ ਖਤਮ ਕੀਤੀਆਂ, ਉਥੇ ਇਹਨਾਂ ਨੇ ਇਹਨਾਂ ਦੇ ਕਾਵਕ ਸਾਹਿਤ ਦੀ ਸਾਂਝ ਵੀ ਖਤਮ ਕਰ ਦਿੱਤੀ। ਭਾਵ ਤੁਹਾਡੇ ਕਾਵਕ ਸਾਹਿਤ ਦੀ ਜੋ ਰਚਨਾ ਤੁਸੀਂ ਲਿਖੀ ਹੈ ਉਹਦੀ ਸਾਨੂੰ ਲੋੜ ਨਹੀਂ। ਨਾ ਹੁਣ ਅਸੀਂ ਤੁਹਾਡੇ ਲਿਖੇ ਹੋਏ ਬੰਦ ਪੜਾਂਗੇ, ਨਾ ਅਸੀਂ ਤੁਹਾਡੀ ਲਿਖੀ ਹੋਈ ਛੰਦਾਬੰਦੀ ਪੜਾਂਗੇ, ਸਾਨੂੰ ਇਹਦੀ ਲੋੜ ਨਹੀਂ। ਸਾਡੇ ਕੋਲ ਆਪਣੀ ਬਾਣੀ ਹੈ, ਇਸੇ ਕਰਕੇ ਅਸੀਂ ਆਪਣੀ ਬਾਣੀ ਨੂੰ ਪੜਾਂਗੇ, ਆਪਣੀ ਬਾਣੀ ਨੂੰ ਗਾਵਾਂਗੇ। ਅੱਗੇ ਬੰਨੇ ਬਾਬਾ ਕਬੀਰ ਸਾਹਿਬ ਨੇ ਕਹੀ ਇਹ ਗੱਲ ਲਿਖੀ ਹੈ। ਉਹ ਕਹਿਣ ਲੱਗੇ, ਪੰਡਤ ਮੁੱਲਾ ਜੋ ਲਿਖ ਦਿਆ। ਲਿਖਿਆ ਕੀ ਸੀ ਉਹਨਾਂ ਨੇ? ਕਾਵਕ ਸਾਹਿਤ ਹੀ ਲਿਖਿਆ ਸੀ। ਤੇ ਉਸ ਕਾਵਕ ਸਾਹਿਤ ਵਿੱਚ ਉਹਨਾਂ ਨੇ ਕੀ ਲਿਖਿਆ ਸੀ? ਆਪਣੀ ਵਿਚਾਰ, ਆਪਣੀਆਂ ਗੱਲਾਂ ਲਿਖੀਆਂ ਸੀ। ਪੰਡਤ ਨੇ ਆਪਣੀਆਂ ਲਿਖੀਆਂ ਸੀ, ਕਾਜੀ ਨੇ ਆਪਣੀਆਂ ਲਿਖੀਆਂ ਸੀ, ਜੋਗੀ ਨੇ ਆਪਣੀਆਂ ਲਿਖੀਆਂ ਸੀ। ਬਾਬਾ ਕਬੀਰ ਸਾਹਿਬ ਕਹਿੰਦੇ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਅਸੀਂ ਕੁਝ ਵੀ ਨਹੀਂ ਲਿਆ, ਅਸੀਂ ਇਹ ਦੋਵਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਛੱਡ ਦਿੱਤਾ ਹੈ ਤੇ ਆਪਣੀ ਬਾਣੀ ਤੇ ਨਿਰਭਰ ਹੋ ਗਏ। ਜੋ ਬਾਣੀ ਅਸੀਂ ਲਿਖੀ, ਜੋ 15 ਭਗਤਾਂ ਨੇ ਲਿਖੀ ਹੈ, ਇਸ ਬਾਣੀ ਨੂੰ ਉਹਨਾਂ ਨੇ ਪੜ੍ਹਨਾ, ਗਾਉਣਾ ਤੇ ਇਹਦੇ ਮੁਤਲਕ ਹੀ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇਹ ਗੱਲ ਡੰਕੇ ਦੀ ਚੋਟ ਨਾ ਕਹੀ। ਕਹਿਣ ਲੱਗੇ, ਹਿਰਦੈ ਇਖਲਾਸ, ਇਖਲਾਸ ਕਹਿੰਦੇ ਨੇ ਪਿਆਰ ਨੂੰ।
ਕਹਿੰਦੇ ਸਾਡੇ ਹਿਰਦੇ ਵਿੱਚ ਪਿਆਰ ਹੈ। ਨਿਰਖ ਲੈ ਮੀਰਾ, ਨਿਰਖ ਕਹਿੰਦੇ ਨੇ ਪਰਖ ਕਰਨ, ਤੇ ਅਸੀਂ ਪਰਖ ਕਰ ਲਈ ਹੈ। ਸਾਡੇ ਹਿਰਦੇ 'ਚ ਪ੍ਰੇਮ ਹੈ ਤੇ ਅਸੀਂ ਪਰਖ ਕਰ ਲਈ ਹੈ। ਆਪ ਖੋਜ ਖੋਜ ਮਿਲੇ ਕਬੀਰਾ, ਇਹ ਸਾਡੀ ਖੋਜ ਹੈ। ਇਹ ਜੋ ਬਾਣੀ ਲਿਖੀ ਹੈ ਇਹ ਸਾਡੀ ਖੋਜ ਹੈ। ਇਹ ਕਿਸੇ ਪੰਡਤ ਦਾ ਦਿੱਤਾ ਹੋਇਆ ਦਾਨ ਨਹੀਂ, ਉਹਦੀ ਦਿੱਤੀ ਹੋਈ ਸਿੱਖਿਆ ਨਹੀਂ, ਇਹ ਉਹਦਾ ਕੋਈ ਸ਼ਾਸਤਰ, ਉਹਦੀ ਪੜ੍ਹਾਈ ਹੋਈ ਪੜ੍ਹਾਈ ਨਹੀਂ, ਇਹ ਸਾਡੀ ਖੋਜ ਹੈ। ਇਹ ਸਾਡੇ ਤੇ ਰੱਬ ਨੇ ਮਿਹਰਮਤ ਕੀਤੀ ਹੈ ਤੇ ਇਸ ਬਾਣੀ ਨੂੰ ਅਸੀਂ ਆਪ ਖੋਜਿਆ ਹੈ, ਸਮਝਿਆ ਹੈ, ਲਿਖਿਆ ਹੈ ਤੇ ਪੜ੍ਹਾਇਆ ਹੈ। ਭਾਵ ਬਾਬਾ ਕਬੀਰ ਸਾਹਿਬ ਕਹਿੰਦੇ ਬਾਣੀ ਸਾਡਾ ਅਨੁਭਵ ਹੈ। ਸੋ ਇੱਥੋਂ ਆ ਕੇ ਇੱਕ ਨਵਾਂ ਪੜਾਅ ਸ਼ੁਰੂ ਹੁੰਦਾ ਹੈ। ਇੱਥੋਂ ਤੱਕ ਬਾਬਾ ਕਬੀਰ ਸਾਹਿਬ ਜੀ ਆਪਣੀ ਗੱਲ ਨੂੰ ਸਿਰੇ ਲਾ ਗਏ। ਹੁਣ ਗੱਲ ਆ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ। ਬਾਬਾ ਕਬੀਰ ਸਾਹਿਬ ਤੱਕ ਇਹਨਾਂ ਭਗਤਾਂ ਨੇ ਬੜੀ ਜੱਦੋ ਜਹਿਦ ਕਰ ਦਿੱਤੀ ਹੈ। ਮੈਂ ਇੱਕ ਹਵਾਲਾ ਭਗਤ ਰਵਿਦਾਸ ਸਾਹਿਬ ਦਾ ਦਵਾਂਗਾ। ਉਹਨਾਂ ਨੇ ਵੈਸੇ ਉਹ ਇੱਕ ਉਦਾਹਰਨ ਦਿੱਤੀ ਹੈ ਤਾਰ ਦੇ ਰੁੱਖ ਦੀ, ਪਰ ਉਸ ਤਾਰ ਦੇ ਰੁੱਖ ਦੁਆਰਾ ਉਹਨਾਂ ਨੇ ਲਿਖੇ ਹੋਏ ਅੱਖਰਾਂ ਦੀ ਬਾਣੀ ਦੀ ਮਹੱਤਵਤਾ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਉਹ ਕਹਿੰਦੇ ਤਰ ਤਾਰ ਕਰ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ। ਤਾੜੀ ਦਾ ਰੁੱਖ ਹੁੰਦਾ ਹੈ, ਤਾੜੀ ਦੇ ਰੁੱਖ ਤੋਂ ਹੀ ਸ਼ਰਾਬ ਬਣਦੀ ਹੈ ਤੇ ਤਾੜੀ ਦੇ ਰੁੱਖ ਤੋਂ ਹੀ ਕਾਗਜ਼ ਬਣਦਾ ਹੈ। ਉਹਨਾਂ ਵੇਲਿਆਂ 'ਚ ਤਾੜੀ ਦੇ ਰੁੱਖ ਤੋਂ ਹੀ ਸ਼ਰਾਬ ਬਣਾਉਂਦੇ ਸਨ ਤੇ ਤਾੜੀ ਦੇ ਰੁੱਖ ਤੋਂ ਹੀ ਕਾਗਜ਼ ਬਣਦਾ ਸੀ। ਬਾਬਾ ਕਬੀਰ ਸਾਹਿਬ ਕਹਿੰਦੇ, ਬਾਬਾ ਰਵਿਦਾਸ ਸਾਹਿਬ ਕਹਿੰਦੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਉਹੀ ਰੁੱਖ ਹੈ, ਉਹਦੇ ਤੋਂ ਸ਼ਰਾਬ ਵੀ ਬਣ ਰਹੀ ਹੈ ਤੇ ਉਹੀ ਰੁੱਖ ਹੈ, ਉਹਦੇ ਤੋਂ ਕਾਗਜ਼ ਵੀ ਬਣ ਰਿਹਾ। ਤੇ ਕਾਗਜ਼ ਤੇ ਕੀ ਲਿਖਿਆ ਜਾਂਦਾ ਹੈ? ਚੰਗੀਆਂ ਗੱਲਾਂ, ਪਵਿੱਤਰ ਗੱਲਾਂ ਲਿਖੀਆਂ ਜਾਂਦੀਆਂ। ਉਹ ਕਹਿੰਦੇ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗੌਤ ਲਿਖੀਐ ਤਹਿ ਉਪਰ, ਮਾਨੀਐ ਕਰ ਪੂਜੀਐ ਕਰ ਨਮਸਕਾਰ। ਪਰ ਕਹਿੰਦੇ ਉਸੇ ਹੀ ਕਾਗਜ਼ ਦੇ ਉੱਪਰ ਜਦੋਂ ਕੋਈ ਚੰਗੀ ਬਾਣੀ ਲਿਖੀ ਜਾਂਦੀ ਹੈ ਤੇ ਉਹ ਕਾਗਜ਼ ਜਿਹੜਾ ਪੂਜਣ ਯੋਗ ਹੋ ਜਾਂਦਾ। ਇਹਦਾ ਭਾਵ ਇਹ ਹੈ, ਇਹਦਾ ਭਾਵ ਮੈਂ ਉਹ ਸਮਝਿਆ ਕਿ ਬਾਬਾ ਰਵਿਦਾਸ ਸਾਹਿਬ ਵੀ ਇਸ ਬਾਣੀ ਦੀ ਮਹਾਨਤਾ ਨੂੰ ਆਪਣੀ ਬਾਣੀ ਵਿੱਚ ਇਜ਼ਹਾਰ ਕਰ ਰਹੇ ਨੇ, ਦੱਸ ਰਹੇ ਨੇ ਕਿ ਇੱਕ ਉਹ ਕਾਗਜ਼, ਇੱਕ ਹੀ ਰੁੱਖ ਹੈ, ਉਹਦੇ ਤੋਂ ਸ਼ਰਾਬ ਬਣਾ ਲਓ ਤਾਂ ਕਹਿੰਦੇ ਨੇ ਬੜਾ ਭੈੜਾ ਹੈ। ਉਹੀ ਰੁੱਖ ਹੈ, ਉਹਦੇ ਤੋਂ ਕਾਗਜ਼ ਬਣਾ ਲਓ ਤੇ ਉੱਤੇ ਚੰਗੇ ਅੱਖਰ ਲਿਖ ਦਿਓ, ਜਿਹੜੇ ਬਾਬਾ ਰਵਿਦਾਸ ਸਾਹਿਬ ਨੇ ਸ਼ਬਦ ਲਿਖੇ, ਕਹਿੰਦੇ ਉਹ ਲਿਖ ਦਿਓ। ਤੇ ਜਦੋਂ ਲੋਕਾਂ ਦੇ ਵਿੱਚ ਜਾਂਦੇ ਨੇ ਤੇ ਲੋਕ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ ਤੇ ਮੱਥੇ ਦੇ ਨਾਲ ਲਾਉਂਦੇ ਨੇ ਕਿ ਕਿੱਡੇ ਸੁਨਹਿਰੇ ਤੇ ਸੋਹਣੇ ਅਲਫਾਜ਼ ਤੇ ਸਿੱਖਿਆਦਾਇਕ ਲਫ਼ਜ਼ ਲਿਖੇ ਨੇ। ਸੋ ਹੁਣ ਗੱਲ ਆ ਜਾਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਭਗਤਾਂ ਵਿੱਚ ਤੇ ਗੁਰੂ ਨਾਨਕ ਸਾਹਿਬ 'ਚ ਅੰਤਰ ਕੀ ਹੈ ਬਾਣੀ ਦੇ ਸੰਦਰਭ 'ਚ, ਇਸ ਗੱਲ ਨੂੰ ਥੋੜਾ ਜਿਹਾ ਸਮਝੀਏ। ਬਾਣੀ ਉਹਨਾਂ ਨੇ ਵੀ ਲਿਖੀ, ਬਾਣੀ ਗੁਰੂ ਨਾਨਕ ਸਾਹਿਬ ਨੇ ਵੀ ਲਿਖੀ, ਬਾਣੀ ਉਹਨਾਂ ਨੇ ਵੀ ਉਚਰੀ, ਬਾਣੀ ਗੁਰੂ ਨਾਨਕ ਸਾਹਿਬ ਨੇ ਵੀ ਉਚਰੀ। ਬਾਣੀ ਦਾ ਪ੍ਰਚਾਰ ਹੀ ਗੁਰੂ ਨਾਨਕ ਸਾਹਿਬ ਨੇ ਕੀਤਾ, ਬਾਣੀ ਦਾ ਪ੍ਰਚਾਰ ਹੀ ਭਗਤਾਂ ਨੇ ਕੀਤਾ। ਜੋ ਗੱਲਾਂ ਗੁਰੂ ਨਾਨਕ ਸਾਹਿਬ ਨੇ ਕਹੀਆਂ ਉਹੀ ਗੱਲਾਂ ਭਗਤਾਂ ਦੀ ਬਾਣੀ 'ਚ ਕਹੀਆਂ ਨੇ। ਫਰਕ ਕਾਹਦਾ ਹੈ? ਜਿਹੜਾ ਮੈਨੂੰ ਫਰਕ ਮਹਿਸੂਸ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਆਪਣੇ ਨਿੱਜੀ ਅਨੁਭਵ 'ਚ। 15 ਭਗਤਾਂ ਨੇ 4 ਸਦੀਆਂ ਜ਼ੋਰ ਲਾਇਆ, ਪਰ ਉਹ ਇਹ ਸਾਰੀ ਬਾਣੀ ਨੂੰ ਇੱਕ ਥਾਂ ਤੇ ਇੱਕ ਰੂਪ 'ਚ, ਇੱਕ ਗ੍ਰੰਥ 'ਚ ਨਹੀਂ ਉਹ ਇਕੱਠਾ ਕਰ ਪਾਏ। ਮਤਲਬ ਇਹ ਕਿਤੇੋਂ ਜ਼ਿਕਰ ਨਹੀਂ ਮਿਲਦਾ ਜਿਵੇਂ ਗੁਰੂ ਨਾਨਕ ਸਾਹਿਬ ਬਾਰੇ ਇਹ ਜ਼ਿਕਰ ਮਿਲਦਾ ਕਿ ਉਹ ਜਦੋਂ ਆਪਣੇ ਘਰੋਂ ਨਿਕਲੇ ਨੇ ਤੇ ਉਹਨਾਂ ਨੇ ਘਰੋਂ ਨਿਕਲਣ ਦਾ ਟੀਚਾ ਕੀ ਮਿਥਿਆ। ਸਿੱਧਾ ਨੇ ਉਹਨਾਂ ਨੂੰ ਪੁੱਛਿਆ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਤੂੰ ਆਪਣਾ ਘਰ ਕਾਹਤੋਂ ਛੱਡਿਆ ਈ? ਕਿਸ ਕਾਰਨ ਇਹ ਭੇਖ ਨਿਵਾਸੀ? ਫਿਰ ਮੇਰੀ ਗੱਲ ਨੂੰ ਸਮਝਿਓ। ਕੁਝ ਗੱਲਾਂ 'ਚ ਭਗਤਾਂ ਤੇ ਗੁਰੂ ਨਾਨਕ ਸਾਹਿਬ 'ਚ ਕੋਈ ਫਰਕ ਨਹੀਂ। ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਦਰੋਂ ਪੈਦਾ ਕੀਤੀ, ਉਹੀ ਬਾਣੀ ਭਗਤਾਂ ਨੇ ਆਪਣੇ ਅੰਦਰੋਂ ਪੈਦਾ ਕੀਤੀ। ਉਸੇ ਬਾਣੀ ਨੂੰ ਭਗਤਾਂ ਨੇ ਗਾਇਆ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਗਾਇਆ। ਉਹ ਵੀ ਸਾਜ਼ਾਂ ਤੇ ਗਾਉਂਦੇ ਰਹੇ, ਗੁਰੂ ਨਾਨਕ ਸਾਹਿਬ ਵੀ ਸਾਜ਼ਾਂ ਤੇ ਗਾਉਂਦੇ ਰਹੇ। ਉਹ ਵੀ ਬਾਣੀ ਦਾ ਪ੍ਰਚਾਰ ਕਰਦੇ ਰਹੇ, ਉਹ ਵੀ ਬਾਣੀ ਦਾ ਪ੍ਰਚਾਰ ਕਰਦੇ। ਜੋ ਗੱਲਾਂ ਭਗਤਾਂ ਨੇ ਆਪਣੀ ਬਾਣੀ 'ਚ ਕਹੀਆਂ ਉਹੀ ਗੱਲਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਕਹੀਆਂ, ਕੋਈ ਫਰਕ ਨਹੀਂ। ਬਸ ਇੱਕ ਬੁਨਿਆਦੀ ਜਿਹਾ ਫਰਕ ਜਿਹੜਾ ਮੈਨੂੰ ਨਜ਼ਰ ਆਇਆ ਭਗਤਾਂ ਦੇ ਵਿੱਚ ਕਿ ਉਹਨਾਂ ਦੇ ਜੀਵਨ ਕਾਲ ਵਿੱਚ ਕਿਤੇ ਨਜ਼ਰ ਨਹੀਂ ਆਇਆ ਕਿ ਉਹਨਾਂ ਨੇ ਇਸ ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਨ ਦਾ ਯਤਨ ਆਰੰਭ ਕੀਤਾ ਹੋਵੇ। ਉਹਨਾਂ 4 ਸਦੀਆਂ ਮਿਹਨਤ ਕੀਤੀ। 4 ਸਦੀਆਂ ਦਾ ਮਤਲਬ ਹੁੰਦਾ 400 ਸਾਲ, ਕੋਈ ਥੋੜਾ ਸਮਾਂ ਨਹੀਂ। ਸਾਡੇ 10 ਗੁਰੂ ਸਾਹਿਬਾਨਾਂ ਨੂੰ
ਅਸੀਂ ਸਮਝਦੇ ਹਾਂ 200 ਕੁਝ ਸਾਲ ਦਾ ਸਮਾਂ ਮਿਲਿਆ। ਇਹ ਫਰਕ ਸਮਝੋ। ਉਹ 4 ਸਦੀਆਂ ਲੱਗੇ ਰਹੇ, ਪਰ ਉਹਨਾਂ 4 ਸਦੀਆਂ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਤੇ ਬਾਕੀ ਗੁਰੂ ਸਾਹਿਬਾਨਾਂ ਦੇ 200 ਕੁਝ ਸਾਲਾਂ ਦੇ ਇਸ ਫਰਕ ਨੂੰ ਤੁਸੀਂ ਸਹਿਜੇ ਸਮਝ ਪਾਓਗੇ। ਇੱਕ ਬੜਾ ਵੱਡਾ ਫਰਕ ਹੈ ਉਹਨਾਂ ਭਗਤਾਂ ਦੇ ਨਾਲੋਂ ਗੁਰੂ ਨਾਨਕ ਸਾਹਿਬ ਦਾ, ਕਿ ਜਦੋਂ ਘਰੋਂ ਚੱਲੇ ਤੇ ਉਹਨਾਂ ਟੀਚਾ ਕੀ ਮਿਥਿਆ, ਟੀਚਾ ਹੀ ਮਿਥਿਆ। ਸਿੱਧਾ ਨੇ ਪੁੱਛਿਆ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਾਤੋਂ ਘਰ ਛੱਡਿਆ? ਕਿਸ ਕਾਰਨ ਭੇਖ ਨਿਵਾਸੀ, ਕਾਤੋਂ ਆ ਭੇਖ ਪਾਇਆ? ਮੁੰਡਾ ਤੂੰ ਖੱਤਰੀਆਂ ਦਾ ਹੈ, ਚੰਗੇ ਘਰ ਦਾ ਹੈ, ਇੰਨੀ ਜ਼ਮੀਨ ਜਾਇਦਾਦ ਹੈ ਤੇਰੇ ਕੋਲ, ਤੇਰਾ ਬਾਪ ਖੁਦ ਪਟਵਾਰੀ ਹੈ, ਰਾਏ ਬੁਲਾਰ ਜੋ ਉਸ ਵਕਤ ਉਸ ਇਲਾਕੇ ਦਾ ਰਾਜਾ, ਉਹਦੇ ਨਾਲ ਤੁਹਾਡੀ ਸਿੱਧੀ ਗੱਲਬਾਤ ਹੈ। ਭਾਵ ਗੁਰੂ ਨਾਨਕ ਸਾਹਿਬ ਆਪਣੇ ਵੇਲੇ ਦੀ ਇੱਕ ਮਹਾਨ ਸ਼ਖਸੀਅਤ ਸਨ। ਤੁਸੀਂ ਪੂਰੇ ਪੰਜਾਬ ਦੇ ਮੋਦੀ ਖਾਨੇ ਦੇ ਮੋਦੀ ਹੋ। ਇਹ ਗੱਲਾਂ ਕੋਈ ਜੋਗੀਆਂ ਤੋਂ ਭੁੱਲੀਆਂ ਨਹੀਂ ਸੀ। ਇਸੇ ਕਰਕੇ ਪੁੱਛਦੇ ਨੇ ਕਿ ਤੇਰਾ ਟੀਚਾ ਕੀ, ਮਕਸਦ ਕੀ ਹੈ ਤੇਰਾ? ਤਾਂ ਉਹਨਾਂ ਨੇ ਫਿਰ ਆਪਣਾ ਮਕਸਦ ਦੱਸਿਆ। ਕਹਿਣ ਲੱਗੇ, ਗੁਰਮੁਖ ਖੋਜਤ ਭਏ ਉਦਾਸੀ। ਮੈਂ ਗੁਰਮੁਖਾਂ ਦੀ, ਗੁਰੂ ਵਾਲਿਆਂ ਦੀ ਖੋਜ ਵਿੱਚ ਨਿਕਲਿਆ ਹਾਂ। ਤੇ ਉਹ ਗੁਰੂ ਵਾਲੇ ਕੌਣ ਸਨ? ਅਸੀਂ ਤੇ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਹੀ ਗੁਰੂ ਵਾਲੇ ਬਣਾਏ ਨੇ। ਅਸੀਂ ਇਹ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਨੇ ਗੁਰੂ ਵਾਲੇ ਬਣਾਏ। ਗੁਰੂ ਨਾਨਕ ਸਾਹਿਬ ਕਿਹੜੇ ਗੁਰੂ ਵਾਲਿਆਂ ਨੂੰ ਖੋਜਣ ਨਿਕਲੇ ਸੀ? ਜੇ ਅਸੀਂ ਇਹ ਧਾਰਨਾ ਪੱਕੀ ਕਰ ਲਈਏ ਕਿ ਗੁਰੂ ਨਾਨਕ ਨੇ ਹੀ ਗੁਰੂ ਵਾਲੇ ਬਣਾਏ ਨੇ, ਫਿਰ ਗੁਰੂ ਨਾਨਕ ਕਿਹੜੇ ਗੁਰੂ ਵਾਲਿਆਂ ਦੀ ਖੋਜ 'ਚ ਨਿਕਲਿਆ? ਇਹਦਾ ਮਤਲਬ ਕੋਈ ਗੁਰੂ ਵਾਲੇ ਹੋਣਗੇ। ਉਹ ਕੌਣ ਸਨ? ਉਹੀ ਸਨ ਜਿਨ੍ਹਾਂ 15 ਭਗਤਾਂ ਨੇ 4 ਸਦੀਆਂ ਜ਼ੋਰ ਲਾ ਕੇ ਤੇ ਪਿੱਛੇ ਬੰਦੇ ਖੜੇ ਕੀਤੇ ਸਨ, ਇੱਕ ਲਹਿਰ ਖੜੀ ਕੀਤੀ ਸੀ, ਜਿਨ੍ਹਾਂ ਨੇ ਕਿੱਡੀ ਜੱਦੋ ਜਹਿਦ ਕੀਤੀ ਹੈ। ਮੈਂ ਕੱਲ ਉਹਦੇ ਚੋਂ ਜ਼ਿਕਰ ਕੀਤਾ, ਪੜ੍ਹ ਕੇ ਵੇਖੋ ਭਗਤ ਬਾਣੀ, ਕਿੱਡੇ ਡੂੰਘੇ ਅਹਿਸਾਸ ਉਹਨਾਂ ਨੇ ਹੰਡਾਏ ਨੇ। ਅੱਜ ਉਹਦੇ ਚੋਂ ਮੈਂ ਇੱਕ ਵਾਕਿਆਤ ਸਾਂਝਾ ਕਰ ਲਾਂਗਾ ਭਗਤ ਨਾਮਦੇਵ ਜੀ ਦਾ। ਸਮਝੀਏ, ਅੱਜ ਪੰਜਾਬ ਦਾ ਦੁਖਾਂਤ ਇਹ ਹੀ ਹੈ, ਜਦੋਂ ਅਸੀਂ ਭਗਤਾਂ ਨੂੰ ਗੁਰੂ ਨਾਨਕ ਸਾਹਿਬ ਨਾਲੋਂ ਅੱਡ ਕਰਕੇ ਵੇਖਦੇ ਹਾਂ, ਇੱਥੇ ਇੱਕ ਤਰੇੜ ਪਾ ਦਿੰਦੇ ਹਾਂ। ਅੱਜ ਪੰਜਾਬ ਦਾ ਦੁਖਾਂਤ ਇਹ ਹੀ ਹੈ। ਅੱਜ ਇਹ ਬਣ ਰਹੇ ਜਾਤਾਂ ਪਾਤਾਂ ਦੇ ਨਾਂ ਤੇ ਗੁਰਦੁਆਰੇ ਤੇ ਪੈ ਰਹੀਆਂ ਵੰਡਾਂ, ਉਹਦਾ ਦੁਖਾਂਤ ਇਹ ਹੀ ਹੈ। ਜਦੋਂ ਅਸੀਂ ਭਗਤਾਂ ਨੂੰ ਗੁਰੂ ਨਾਨਕ ਸਾਹਿਬ ਨਾਲੋਂ ਨਖੇੜ ਕਰ ਲਿਆ, ਜਦੋਂ ਅਸੀਂ ਇਹ ਕਹਿ ਦਿੱਤਾ ਕਿ ਸਾਰੀ ਮਿਹਨਤ ਹੀ ਗੁਰੂ ਨਾਨਕ ਨੇ ਕੀਤੀ ਹੈ, ਉਸ ਤੋਂ ਪਹਿਲਾਂ ਕੁਝ ਵੀ ਨਹੀਂ ਸੀਗਾ। ਜਿਹੜੇ ਉਹਨਾਂ ਨੂੰ ਮੰਨਦੇ ਸਨ, ਉਹਨਾਂ ਦੇ ਮਨ 'ਚ ਕਿਤੇ ਦਰਦ ਪੈਦਾ ਹੋਇਆ, ਦੁੱਖ ਪੈਦਾ ਹੋਇਆ। ਫਿਰ ਉਹਨਾਂ ਨੇ ਆਪਣੀ ਅਲੱਗ ਜਗ੍ਹਾ ਬਣਾਈਆਂ। ਤੁਸੀਂ ਵੇਖੋ ਪੰਜਾਬ ਵਿੱਚ ਬਣੀਆਂ ਨੇ, ਰਵਿਦਾਸ ਸਾਹਿਬ ਦੇ ਨਾਂ ਤੇ ਬਣ ਗਈਆਂ, ਨਾਮਦੇਵ ਸਾਹਿਬ ਦੇ ਨਾਮ ਤੇ ਬਣ ਗਈਆਂ, ਕਬੀਰ ਸਾਹਿਬ ਦੇ ਨਾਮ ਤੇ ਬਣ ਗਈਆਂ, ਗ੍ਰੰਥ ਤੱਕ ਉਹਨਾਂ ਨੇ ਲਿਖ ਲਏ ਨੇ। ਉਹ ਇਸ ਗੱਲ ਤੋਂ ਵੀ ਚਿੜਦੇ ਨੇ। ਜੇ ਤੁਸੀਂ ਕਹੋ ਨਾ ਭਗਤ ਰਵਿਦਾਸ ਸਾਹਿਬ, ਉਹ ਕਹਿੰਦੇ ਗੁਰੂ ਕਿਉਂ ਨਹੀਂ ਕਹਿੰਦੇ? ਤੁਸੀਂ ਮਾਰਨ ਪੈਂਦੇ ਨੇ ਅੱਗੇ ਕਿ ਤੁਸੀਂ ਗੁਰੂ ਨਾਨਕ ਦੇ ਨਾਮ ਨਾਲ ਤੇ ਗੁਰੂ ਲਾਉਂਦੇ ਹੋ, ਤੁਹਾਨੂੰ ਕੀ ਤਕਲੀਫ ਹੁੰਦੀ ਹੈ? ਤੁਸੀਂ ਭਗਤ ਰਵਿਦਾਸ ਸਾਹਿਬ ਦੇ ਨਾਮ ਨਾਲ ਗੁਰੂ ਕਿਉਂ ਨਹੀਂ ਲਾਉਂਦੇ? ਮਾਰਨ ਪੈਂਦੇ ਨੇ। ਇਹ ਕਿੱਥੋਂ ਪੈਦਾ ਹੋਇਆ? ਇਹ ਅਸੀਂ ਪੈਦਾ ਕੀਤਾ ਜਦੋਂ ਅਸੀਂ ਇਸ ਕੀਤੀ ਹੋਈ ਮਿਹਨਤ ਨੂੰ ਸਮਝਿਆ। ਸੋ ਸਮਝੀਏ, ਇਹ ਅਹਿਸਾਸ ਪੈਦਾ ਕਰ, ਇਸਨੇ ਇਕਜੁੱਟਤਾ। ਮੈਂ ਕੱਲ ਵੀ ਸ਼ਬਦ ਬਾਣੀ ਚੋਂ, ਮੈਂ ਕਹਿੰਦਾ ਉਹ ਸ਼ਬਦ ਅਸੀਂ ਗੁਰੂ ਦੇ ਕੱਢ ਕੇ ਪੜ੍ਹੀਏ, ਜਿਨ੍ਹਾਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਭਗਤਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਸ਼ਬਦਾਂ ਨੂੰ ਅੱਡ ਕੱਢ ਕੇ ਪੜ੍ਹੀਏ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਸਾਡੇ ਗੁਰੂਆਂ ਦੀ ਨਿਗਾਹ ਵਿੱਚ ਭਗਤਾਂ ਦਾ ਦਰਜਾ ਕੀ ਸੀਗਾ। ਉਹ ਕਿਹੜੀ ਦ੍ਰਿਸ਼ਟੀ ਨਾਲ ਦੇਖਦੇ ਆ ਤੇ ਅਸੀਂ ਕਿਹੜੀ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ। ਅਸੀਂ ਕਿਵੇਂ ਵੰਡ ਕਰ ਰਹੇ ਹਾਂ ਤੇ ਉਹ ਕਿਵੇਂ ਕਰ ਰਹੇ ਸਨ। ਮੈਂ ਜ਼ਿਕਰ ਕਰ ਰਿਹਾ ਕਿ ਕਿੰਨੀ ਮਿਹਨਤ ਕੀਤੀ ਉਹਨਾਂ ਨੇ। ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਖੋਜਤ ਭਏ, ਕਿਹੜੇ ਗੁਰਮੁਖ ਸਨ? ਉਹੀ ਗੁਰਮੁਖ ਸਨ ਜਿਹਦਾ ਮੈਂ ਹਵਾਲਾ ਤੁਹਾਨੂੰ ਦੇ ਰਿਹਾ। ਭਗਤ ਨਾਮਦੇਵ ਜੀ ਨੂੰ ਕਿਹੜੀ ਗੱਲੋਂ ਫੜ ਲਿਆ ਗਿਆ? ਇਸ ਗੱਲੋਂ ਫੜ ਲਿਆ ਗਿਆ, ਪੰਡਤਾਂ ਨੇ ਚੁਗਲੀ ਲਾਈ ਕਿ ਇਹ ਬੰਦਾ ਚੰਗਾ ਨਹੀਂ ਹੈ। ਸਮੇਂ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਭਗਤ ਨਾਮਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਉਸ ਵਕਤ ਇਹ ਦੋਵੇਂ ਬੰਦੇ ਰਾਜ ਕਰ ਰਹੇ ਸਨ। ਰਾਜ ਸਨ ਤੁਗਲਕਾਂ ਦਾ, ਉਹਦੇ ਸਹਿਯੋਗੀ ਸਨ ਪੰਡਤ ਤੇ ਬ੍ਰਾਹਮਣ। ਇਹਨਾਂ ਨੇ ਚੁਗਲੀ ਲਾਈ, ਭਗਤ ਨਾਮਦੇਵ ਜੀ ਗ੍ਰਿਫਤਾਰ ਹੋ ਗਏ ਤੇ ਸਾਹਮਣੇ ਸ਼ਰਤ ਇੱਕ ਹੀ ਰੱਖੀ ਗਈ ਕਿ ਛੋੜ ਰਾਮ ਕੀ ਨਾ ਭਜੈ ਖੁਦਾਏ। ਤੂੰ ਜਿਹੜੀ ਇਹ ਰਾਮ ਵਾਲੀ ਨਵੀਂ ਵਿਚਾਰ ਖੜੀ ਕੀਤੀ ਹੈ ਨਾ, ਰੱਬ ਵਾਲੀ ਇੱਕ ਨਵੀਂ ਵਿਚਾਰ, ਇਹਨੂੰ ਛੱਡ, ਕਿਉਂਕਿ ਇਹਦੇ ਤੋਂ ਖਤਰਾ
ਪੰਡਤਾਂ ਨੂੰ ਵੀ ਸੀ ਤੇ ਇਹਦੇ ਤੋਂ ਖਤਰਾ ਕਾਜ਼ੀਆਂ ਨੂੰ ਵੀ ਸੀ, ਕਿਉਂਕਿ ਇਸ ਲਹਿਰ ਦੇ ਬੰਦੇ ਕਹਿ ਰਹੇ ਸਨ ਪੰਡਤ ਮੁੱਲਾ ਛਾੜੇ ਦੋ, ਅਸੀਂ ਦੋਵੇਂ ਛੱਡ ਦਿੱਤੇ ਨੇ। ਖਤਰਾ ਦੋਵਾਂ ਨੂੰ ਹੀ ਸੀਗਾ, ਪਰ ਕੋਈ ਬੰਦਾ ਤੇ ਸ਼ਿਕਾਇਤ ਕਰਨ ਵਾਲਾ ਚਾਹੀਦਾ ਸੀ। ਸ਼ਿਕਾਇਤ ਪੰਡਤ ਨੇ ਕੀਤੀ, ਕਾਰਵਾਈ ਕਾਜ਼ੀ ਨੇ ਕੀਤੀ। ਸਜ਼ਾ ਇਹ ਸੁਣਾਈ ਗਈ ਕਿ ਹਾਥੀ ਦੇ ਪੈਰ ਥੱਲੇ ਰੋਂਦ ਕੇ ਇਹਨੂੰ ਮਾਰਿਆ ਜਾਵੇ। ਭਗਤ ਨਾਮਦੇਵ ਜੀ ਨੂੰ ਸਜ਼ਾ ਇਹ ਦਿੱਤੀ ਗਈ ਕਿ ਹਾਥੀ ਦੇ ਪੈਰ ਥੱਲੇ ਰੋਂਦਿਆ ਜਾਏ। ਅਸਲ 'ਚ ਉਹਨਾਂ ਦੀ ਜਿੱਤ ਇਸ ਗੱਲ 'ਚ ਸੀ ਕਿ ਇਹ ਬੰਦੇ ਨੂੰ ਮਾਰਿਆ ਨਾ ਜਾਏ, ਮਨਾਇਆ ਜਾਏ। ਇਸ ਗੱਲ ਨੂੰ ਸਮਝੋ। ਜਦੋਂ ਸਿੱਖ ਧਰਮ ਦੇ ਵਿੱਚ ਅਸੀਂ ਸ਼ਹੀਦੀਆਂ ਦੀ ਗੱਲ ਕਰਦੇ ਹਾਂ, ਮੁਗਲਾਂ ਦੀ ਜਿੱਤ ਸਿੱਖਾਂ ਨੂੰ ਮਾਰਨ 'ਚ ਨਹੀਂ, ਮੁਗਲਾਂ ਦੀ ਜਿੱਤ ਸਿੱਖਾਂ ਨੂੰ ਮਨਾਉਣ 'ਚ ਸੀ। ਪਰ ਉਹਨਾਂ ਦੀ ਮਾੜੀ ਕਿਸਮਤ ਕਿ ਜਦੋਂ ਸਿੱਖ ਨੂੰ ਮਾਰਦੇ ਹਨ ਤੇ ਉਹ ਆਪ ਹਾਰ ਜਾਂਦੇ ਹਨ। ਜਿੱਤ ਉਹਨਾਂ ਦੀ ਵੈਸੇ ਮਨਾਉਣ 'ਚ ਹੈ, ਪਰ ਕੋਈ ਸਿੱਖ ਮੰਨਦਾ ਨਹੀਂ ਹੈ। ਕਿੰਨੇ ਤਰੀਕੇ ਉਹਨਾਂ ਵਰਤੇ, ਲਾਲਚ ਦਿੱਤੇ, ਸਜ਼ਾਵਾਂ ਦਿੱਤੀਆਂ, ਬੱਚੇ ਬੰਦ ਕੱਟੇ, ਪਰ ਉਹ ਇਸ ਮਕਸਦ 'ਚ ਕਾਮਯਾਬ ਨਹੀਂ ਹੋਏ, ਕਿਉਂਕਿ ਗੁਰੂ ਨੇ ਸਿੱਖੀ ਦੀ ਪਾਣੀ ਅਸੀਂ ਚੜਾਈ। ਇਹੀ ਗੱਲ ਉੱਥੇ ਆਈ। ਸੋ ਮੈਂ ਨੁਕਤਾ ਇਹ ਰੱਖਿਆ ਕਿ ਕਿਹੜੇ ਗੁਰਮੁਖ ਸਨ, ਉਹੀ ਗੁਰਮੁਖ ਸਨ ਭਗਤ ਨਾਮਦੇਵ ਵਰਗੇ ਤੇ ਉਹਦੇ ਤੋਂ ਪੈਦਾ ਕੀਤੇ ਹੋਏ ਬੰਦੇ। ਕਹਿਣ ਲੱਗੇ ਛੋੜ ਰਾਮ ਕੀ ਨਾ ਭਜੈ ਖੁਦਾਏ, ਛੱਡ ਰਾਮ ਦੀਆਂ ਗੱਲਾਂ। ਜਿਹੜਾ ਤੂੰ ਇਹ ਗੱਲਾਂ ਕਰਦਾ ਹੈ ਨਾ ਕਿ ਸਾਰਿਆਂ 'ਚ ਰੱਬ ਹੈ, ਸਾਰਿਆਂ 'ਚ ਰੱਬ, ਇਹਨੂੰ ਛੱਡ। ਸਾਰੇ ਇੱਕੋ ਜਿਹੇ ਨੇ, ਕੋਈ ਜਾਤ ਪਾਤ ਨਹੀਂ, ਇਹਨੂੰ ਛੱਡ ਤੇ ਆ ਅੱਲਾ ਦੀ ਗੱਲ ਕਰ, ਸਾਡੇ ਵਾਲੇ ਬੰਨੇ ਆ ਜਾ। ਭਗਤ ਨਾਮਦੇਵ ਜੀ ਨੇ ਨਾਂਹ 'ਚ ਸਿਰ ਘੁਮਾਤਾ, ਕਹਿੰਦੇ ਨਹੀਂ। ਫਿਰ ਕਿਸੇ ਨੇ ਦੱਸਿਆ ਕਿ ਚੱਲ ਇਹ ਨਹੀਂ ਮੰਨਦਾ, ਇਹਦੀ ਮਾਂ ਨੂੰ ਲੈ ਕੇ ਆਓ, ਇਹਦੀ ਮਾਂ ਨੂੰ ਕਹੋ। ਮਾਂ ਨੂੰ ਲਿਆਏ ਖਿੱਚ ਧੂ ਕੇ, ਪਤਾ ਨਹੀਂ ਕਿੰਨਾ ਕੁ ਟੌਰਚਰ ਮਾਂ ਨੂੰ ਕੀਤਾ ਹੋਏਗਾ ਜਾਂ ਕੀ ਕਿਹਾ ਹੋਏਗਾ ਮਾਂ ਨੂੰ। ਮਾਂ ਨੂੰ ਲਿਆਏ ਉੱਥੇ, ਕਹਿਣ ਲੱਗੀ, ਮਾਂ ਆ ਕੇ ਕਹਿਣ ਲੱਗੀ। ਭਗਤ ਨਾਮਦੇਵ ਜੀ ਨੇ ਇਹ ਸ਼ਬਦ ਆਪਣੀ ਕਲਮ ਨਾਲ ਬਾਣੀ 'ਚ ਲਿਖਿਆ ਹੈ। ਇਹ ਬਾਣੀ ਵੀ ਹੈ ਤੇ ਇਤਿਹਾਸ ਵੀ ਹੈ। ਤੋ ਆ ਕੇ ਮਾਂ ਕਹਿੰਦੀ, ਕਹਿਣ ਲੱਗੀ, ਬੇਟਾ ਜਿਵੇਂ ਕਹਿੰਦੇ ਨੇ ਉਵੇਂ ਕਰ ਲਾ। ਕੀ ਪਤਾ ਖੋਰੇ ਕਿੰਨੀ ਕੁ ਸੱਟ ਮਾਂ ਨੂੰ ਦਿੱਤੀ ਹੋਏਗੀ, ਕਿਸ ਤਰ੍ਹਾਂ ਕਿਹਾ ਹੋਏਗਾ। ਇਹ ਕੋਈ ਸੌਖੀ ਗੱਲ ਨਹੀਂ। ਜਿਹੜਾ ਮਾਂ ਨੇ ਆ ਕੇ, ਜਿਹੜੀ ਮਾਂ ਬਚਪਨ ਤੋਂ ਭਗਤ ਨਾਮਦੇਵ ਜੀ ਦੇ ਨਾਲ ਰਹਿ ਰਹੀ ਹੈ, ਕਿ ਉਹ ਸਮਝੀ ਨਹੀਂ ਹੋਏਗੀ। ਪਰ ਕੀ ਪਤਾ ਮਾਂ ਦੇ ਸਾਹਮਣੇ ਕਿਵੇਂ ਦਾ ਦ੍ਰਿਸ਼ ਉਹਨਾਂ ਰੱਖਿਆ ਹੋਏਗਾ ਕਿ ਮਾਂ ਨੂੰ ਮਜਬੂਰ ਹੋ ਕੇ ਆਪਣੇ ਪੁੱਤ ਨੂੰ ਇਹ ਗੱਲ ਕਹਿਣੀ ਪਈ, ਪੁੱਤ ਛੱਡ ਦੇ ਗੱਲਾਂ, ਜਿਵੇਂ ਕਹਿੰਦੇ ਨੇ ਉਵੇਂ ਕਰ ਲੈ। ਤੇ ਅੱਗੋਂ ਭਗਤ ਨਾਮਦੇਵ ਜੀ ਦਾ ਜਵਾਬ ਉਹੀ ਸੀਗਾ ਜਿਹੜਾ ਜਵਾਬ ਗੁਰਮੁਖਾਂ ਦਾ ਹੁੰਦਾ। ਉਹਨਾਂ ਨੇ ਕਿਹਾ, ਕਹਿੰਦੇ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਪੂੰਗਰਾ ਕਹਿੰਦੇ ਨੇ ਬੱਚੇ ਨੂੰ, ਨਾ ਮੈਂ ਤੇਰਾ ਬੱਚਾ ਹੀ ਤੇ ਨਾ ਹੀ ਤੂੰ ਮੇਰੀ ਮਾਂ ਹੀ। ਜੇ ਇਹ ਗੱਲ ਹੈ ਨਾ, ਜੇ ਤੂੰ ਕਹਿੰਦੀ ਇਹਨਾਂ ਦੇ ਆਖੇ ਲੱਗ ਜਾ ਤੇ ਫਿਰ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ। ਸੋਚ ਕੇ ਵੇਖੋ, ਇਹ ਗੱਲਾਂ ਕੀ ਕਿਸੇ ਪੱਥਰ ਦਿਲ ਮਨ ਚੋਂ ਨਿਕਲੀਆਂ? ਨਹੀਂ। ਅੱਜ ਕੋਈ ਬੰਦਾ ਆਪਣੀ ਮਾਂ ਨੂੰ ਇਹ ਗੱਲ ਕਹੇ, ਆਪਾਂ ਕੀ ਕਹਿੰਦੇ ਤੇ ਬੜਾ ਪੱਥਰ ਦਿਲ ਹੋ ਗਿਆ, ਮਾਂ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ। ਇਹ ਗੱਲਾਂ ਉੱਥੋਂ ਨਹੀਂ ਨਿਕਲੀਆਂ, ਇਹ ਉਸ ਗੁਰਮੁਖਤਾਈ ਚੋਂ ਨਿਕਲੀਆਂ ਨੇ, ਜਿਸ ਗੁਰਮੁਖਤਾਈ ਚੋਂ ਅਸੀਂ ਬਾਅਦਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਪੜ੍ਹਦੇ ਹਾਂ। ਇਹੀ ਗੱਲ ਸਾਡੇ ਇਤਿਹਾਸ 'ਚ ਹੋਈ। ਜਦੋਂ ਉੱਥੇ ਬੱਚਾ ਆਇਆ, ਉਹਦੀ ਮਾਂ ਆਈ ਹੈ, ਉਹ ਪਰਵਾਨਾ ਲੈ ਕੇ ਆਈ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਤੇ ਉਹ ਆ ਕੇ ਜਲਾਦ ਨੂੰ ਕਹਿੰਦੀ, ਇਹ ਮੇਰਾ ਪੁੱਤ ਹੈ, ਇਹਨੂੰ ਛੱਡ ਦਿਓ। ਤਾਂ ਜਲਾਦ ਕਹਿੰਦਾ, ਤੇਰਾ ਪੁੱਤ ਕਹਿ ਦੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਦੋਂ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ, ਉੱਥੇ ਵੀ ਇਹੀ ਗੱਲ। ਇਹ ਗੁਰਮੁਖਾਂ ਦੀ ਨਿਸ਼ਾਨੀ। ਉਹ ਜਿਸ ਰਸਤੇ ਤੇ ਚੱਲੇ ਨੇ, ਉਸ ਰਸਤੇ ਤੇ ਸਮਝੌਤਾ ਨਹੀਂ ਹੈ, ਜਿਹਨੂੰ ਗੁਰੂ ਨੇ ਆਖਿਆ ਹੈ ਬਿਖਮ ਮਾਰਗ ਚੱਲਣਾ। ਸੋ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ, ਗੁਰੂ ਨਾਨਕ ਸਾਹਿਬ ਕਿਹੜੇ ਗੁਰਮੁਖਾਂ ਨੂੰ ਖੋਜਣ ਨਿਕਲੇ ਸੀ? ਅਸੀਂ ਤਾਂ ਇਹ ਕਹਿੰਦੇ ਆ ਕਿ ਗੁਰਮੁਖ ਬਣਾਏ ਗੁਰੂ ਨਾਨਕ ਨੇ, ਉਹ ਤੋਂ ਪਹਿਲਾਂ ਗੁਰਮੁਖ ਹੈ ਹੀ ਨਹੀਂ ਸੀ। ਤੇ ਇੱਕ ਭਗਤ ਨਾਮਦੇਵ ਕਿਹੜਾ ਗੁਰਮੁਖ ਸੀਗਾ ਜਿਹੜਾ ਗੁਰਮੁਖਾਂ ਵਾਲੀ ਐਡੀ ਵੱਡੀ ਕਰਨੀ ਕਰ ਰਿਹਾ? ਤਾਂ ਸਮਝੀਏ ਇਸ ਗੱਲ ਨੂੰ। ਅਸੀਂ ਇਸ ਇੱਕ ਨੁਕਤਾ ਸਮਝਣ 'ਚ ਨਾ ਕਾਮਯਾਬ ਰਹੇ। ਵੈਸੇ ਉਹ ਸ਼ਬਦ ਪੜ੍ਹ ਲੈਣੇ ਆ, ਗੁਰੂ ਜਿਹੜਾ ਹੈ ਨਾ, ਉਹ ਉਦੋਂ ਦਾ ਹੈ ਜਦੋਂ ਦਾ ਪਰਮੇਸ਼ਰ ਹੈ। ਅਸੀਂ ਇਹ ਪੜ੍ਹਦੇ ਹਾਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਜਦੋਂ ਗੁਰੂ ਨਾਨਕ ਸਾਹਿਬ ਨਹੀਂ ਸੀ, ਗੁਰੂ ਉਦੋਂ ਵੀ ਸੀਗਾ। ਬਾਣੀ ਨੇ ਨੁਕਤਾ ਦੱਸਿਆ। ਗੁਰੂ ਨਾਨਕ ਸਾਹਿਬ ਨੂੰ ਖਾਸ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਕਿ ਤੁਸੀਂ ਉਹ ਗੁਰੂ ਜਿਹਦੇ ਬਾਰੇ ਲੋਕਾਂ ਨੂੰ ਸਮਝ ਨਹੀਂ, ਤੁਸੀਂ ਜਾ ਕੇ ਲੋਕਾਂ ਨੂੰ ਦੱਸੋ।
ਇਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਸੋ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸਾਂ ਕਿ ਭਗਤਾਂ ਤੇ ਨਾਮ ਦੇ ਭਗਤਾਂ ਤੇ ਗੁਰੂ ਨਾਨਕ ਸਾਹਿਬ 'ਚ ਕੋਈ ਫਰਕ ਨਹੀਂ। ਮੈਨੂੰ ਇੱਕ ਹੀ ਫਰਕ ਨਜ਼ਰ ਆਇਆ ਕਿ ਭਗਤਾਂ ਦੇ ਬਾਰੇ ਇਹ ਪੜ੍ਹਨ ਨੂੰ ਮਿਲਿਆ, ਸੁਣਨ ਨੂੰ ਮਿਲਿਆ ਕਿ ਉਹਨਾਂ ਨੇ ਸਾਰੀ ਬਾਣੀ ਨੂੰ ਇਕੱਠਾ ਨਹੀਂ ਕੀਤਾ ਇੱਕ ਥਾਂ ਤੇ। ਜਦੋਂ ਇਕੱਠਾ ਨਹੀਂ ਕੀਤਾ ਤੇ ਪੰਡਤਾਂ ਮਲਾਣਿਆਂ ਨੂੰ ਮੌਕਾ ਮਿਲ ਗਿਆ, ਉਹਨਾਂ ਨੇ ਭਗਤਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਦੀ ਬਾਣੀ ਨੂੰ ਜਾਂ ਤੇ ਮਿਲਾਵਟ ਦਾ ਰੂਪ ਦੇ ਦਿੱਤਾ ਜਾਂ ਉਹਨੂੰ ਕਿਨਾਰੇ ਕਰ ਦਿੱਤਾ। ਇਹ ਖਾਸ ਰੂਪ ਹੈ ਪੰਡਤ ਦਾ, ਇਹ ਖਾਸ ਰੂਪ ਹੈ ਬ੍ਰਾਹਮਣ ਦਾ। ਉਹ ਕਿਸੇ ਦੇ ਵਿੱਚ ਵੜ ਕੇ ਤੇ ਆਪਣੀ ਕਾਰਵਾਈ ਕਰਦਾ ਹੈ, ਉਹ ਸਿੱਧਾ ਨਹੀਂ ਲੜਦਾ। ਪ੍ਰੋਫੈਸਰ ਪੂਰਨ ਸਿੰਘ ਦੀਆਂ ਕਿਤਾਬਾਂ ਪੜ੍ਹੋ, ਉਹ ਇੱਕ ਬੜੇ ਵੱਡੇ ਸਾਇੰਟਿਸਟ ਹੋਏ ਨੇ। ਅੰਗਰੇਜ਼ਾਂ ਦੇ ਵੇਲੇ ਉਹਨਾਂ ਨੇ ਸਕਾਲਰਸ਼ਿਪ ਹਾਸਲ ਕੀਤੀ। ਉਹ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਚੀਨੀ ਦੀ ਖੋਜ ਕਰਨ ਵਾਲੇ ਵਿਦਵਾਨ ਸਨ। ਔਰ ਇਹ ਸਾਰਾ ਕੁਝ ਛੱਡ ਛਡਾ ਕੇ ਬਾਣੀ ਦੇ ਅਧਿਐਨ 'ਚ ਲਿਖੇ। ਉਹਨਾਂ ਨੇ ਬਹੁਤ ਵਧੀਆ ਕਿਤਾਬਾਂ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਵੀ ਲਿਖੀਆਂ ਨੇ। ਉਹਨਾਂ ਦਾ ਅਧਿਐਨ ਬੜਾ ਡੂੰਘਾ ਹੈ। ਉਹਨਾਂ ਨੇ ਗੱਲ ਲਿਖੀ, ਕਹਿਣ ਲੱਗੇ ਬ੍ਰਾਹਮਣਵਾਦ ਦੀਆਂ ਕਈ ਨਿਸ਼ਾਨੀਆਂ ਨੇ। ਉਹਦੇ 'ਚ ਉਹਨਾਂ ਨੇ ਇੱਕ ਨਿਸ਼ਾਨੀ ਇਹ ਦੱਸੀ, ਕਹਿਣ ਲੱਗੇ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਦੂਜੇ ਦੇ ਵਿੱਚ ਵੜ ਕੇ ਆਪਣਾ ਕੰਮ ਕਰਦਾ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਵਿੱਚ ਕਦੋਂ ਵੜ ਜਾਏਗਾ। ਸੋ ਇੱਥੇ ਆ ਕੇ ਭਗਤ ਜਿਹੜੇ ਨੇ ਉਹ ਬ੍ਰਾਹਮਣਵਾਦ ਦਾ ਬੜਾ ਵਿਰੋਧ ਕਰਦੇ ਰਹੇ, ਪਰ ਇੱਥੇ ਆ ਕੇ ਇਸ ਨੀਤੀ ਨੂੰ, ਇਸ ਚਾਲ ਨੂੰ ਨਹੀਂ ਉਹ ਸਮਝ ਪਾਏ। ਬ੍ਰਾਹਮਣਵਾਦ ਨੇ ਕੀ ਕੀਤਾ ਕਿ ਭਗਤਾਂ ਦਾ ਨਾਂ ਲੈ ਕੇ ਤੇ ਉਹਨਾਂ ਦੇ ਨਾਂ ਤੇ ਹੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਤੁਸੀਂ ਵੇਖੋ ਜਿਹੜੇ ਸ਼ੁੱਧ ਭਗਤ ਰਵਿਦਾਸ ਸਾਹਿਬ ਦੇ ਸ਼ਬਦ ਨੇ ਉਹ 40 ਨੇ, ਪਰ ਤੁਸੀਂ ਕਿਸੇ ਰਵਿਦਾਸੀਏ ਭਗਤ ਕੋਲ ਜਾਓ, ਉਹ ਕਹਿੰਦੇ ਨੇ ਉਹਨਾਂ ਦਾ ਤੇ ਪੂਰਾ ਗ੍ਰੰਥ ਹੈ। ਤੇ ਜਦੋਂ ਉਹ ਗ੍ਰੰਥ 'ਚੋਂ ਤੁਸੀਂ ਬਾਣੀ ਪੜ੍ਹੋ ਤੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ, ਰਵਿਦਾਸ ਸਾਹਿਬ ਦੀ ਬਾਣੀ ਨਾਲ ਮੈਚ ਕਰਕੇ ਪੜ੍ਹੋ, ਤੁਹਾਨੂੰ ਜ਼ਮੀਨ ਆਸਮਾਨ ਦਾ ਨਜ਼ਰ ਆਏ, ਫਰਕ ਨਜ਼ਰ ਆਏਗਾ। ਉਹਦੇ 'ਚੋਂ ਸਾਰੀਆਂ ਗੱਲਾਂ ਉਹੀ ਜਿਹੜੀਆਂ ਉਹ ਜਾਤ ਪਾਤ ਵਾਲੀਆਂ ਤੇ ਜਿਹੜੀਆਂ ਉਹ ਮੂਰਤੀ ਪੂਜਾ ਵਾਲੀਆਂ, ਉਹ ਸਾਰੀਆਂ ਉਹਨਾਂ ਨੇ ਵਾੜ ਦਿੱਤੀਆਂ। ਜਿਵੇਂ ਸਾਡੇ ਨਾਲ ਹੋਇਆ, ਜਿਵੇਂ ਕੱਚੀ ਤੇ ਸੱਚੀ ਬਾਣੀ ਵਾਲਾ ਭਾਵ ਬ੍ਰਾਹਮਣ ਨੇ ਕੀ ਕੀਤਾ, ਉਹਨੇ ਭਗਤਾਂ ਦੀ ਬਾਣੀ ਵਿੱਚ ਵੀ ਰਲਾ ਪਾਉਣ ਦੀ ਨੀਤੀ ਤਿਆਰ ਕਰ ਦਿੱਤੀ ਕਿ ਉਵੇਂ ਤੇ ਵਸ ਨਹੀਂ ਆਉਂਦੇ, ਇਸ ਕਰਕੇ ਕੀ ਕਰੋ ਕਿ ਇਹਨਾਂ ਦੀ ਨਾਂ ਤੇ ਹੀ ਇਹਨਾਂ ਦੀ ਬਾਣੀ ਲਿਖਣੀ ਸ਼ੁਰੂ ਕਰ ਦਿਓ। ਇਸ ਕਰਕੇ ਗੁਰੂ ਨਾਨਕ ਸਾਹਿਬ ਆਪਣੇ ਵੇਲੇ ਸੰਭਲ ਗਏ। ਉਹਨਾਂ ਨੇ ਜਦੋਂ ਆਪਣੇ ਘਰ ਤੋਂ ਸਫ਼ਰ ਸ਼ੁਰੂ ਕੀਤਾ ਤੇ ਆਪਣੇ ਹੱਥ ਵਿੱਚ ਇੱਕ ਕਿਤਾਬ ਲਈ, ਜਿਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ, ਆਸਾ ਹੱਥ, ਡੰਡਾ ਹੱਥ 'ਚ ਲਿਆ, ਕਿਤਾਬ ਕੱਛ 'ਚ ਲਈ, ਝੋਲੇ 'ਚ ਪਾਈ, ਕੁੱਜਾ ਬਾਂਗ ਮਸੱਲਾ ਧਾਰੀ। ਤੇ ਜਿੱਥੇ ਵੀ ਗਏ, ਜਿੱਥੇ ਵੀ ਕੋਈ ਗੁਰੂ ਕੇ ਪਿਆਰ ਵਾਲਾ ਮਿਲਿਆ, ਕੋਈ ਭਗਤ ਮਿਲਿਆ, ਉਹ ਬਾਬਾ ਫਰੀਦ ਸਾਹਿਬ ਕੋਲ ਗਏ ਮੁਲਤਾਨ ਵਿਖੇ, ਉੱਥੇ ਉਹਨਾਂ ਨੇ ਉਹਨਾਂ ਦੀ ਬਾਣੀ ਲਿਖ ਲਈ। ਉਹ ਬਨਾਰਸ ਗਏ, ਉੱਥੇ ਰਵਿਦਾਸ ਸਾਹਿਬ ਮਿਲੇ, ਉੱਥੇ ਕਬੀਰ ਸਾਹਿਬ ਦੇ ਪੈਰੋਕਾਰ ਮਿਲੇ, ਉੱਥੇ ਉਹਨਾਂ ਨੂੰ ਹੋਰ ਭਗਤਾਂ ਦੇ ਜਿਵੇਂ ਭਗਤ ਤਰਲੋਚਨ ਜੀ ਦੇ ਪੈਰੋਕਾਰ ਮਿਲੇ, ਉਹਨਾਂ ਕੋਲੋਂ ਬਾਣੀ ਲਿਖ ਲਈ। ਉਹ ਨਾਂਦੇੜ ਵਿਖੇ ਗਏ, ਉੱਥੇ ਭਗਤ ਨਾਮਦੇਵ ਜੀ ਦੀ ਬਾਣੀ ਲਿਖ ਲਈ। ਉਹ ਬੰਗਾਲ 'ਚ ਗਏ, ਉੱਥੇ ਉਹਨਾਂ ਬੰਗਾਲ ਦੇ ਭਗਤਾਂ ਦੇ ਸ਼ਬਦ ਲਿਖ ਲਏ। ਉਹ ਰਾਜਸਥਾਨ 'ਚ ਗਏ, ਭਗਤ ਧੰਨਾ ਜੀ ਦੇ ਸ਼ਬਦ ਲਿਖ ਲਏ। ਇਸੇ ਕਰਕੇ ਜਿਹੜੇ ਗੁਰਮੁਖ ਖਿੰਡੇ ਪੁੰਡੇ ਸਨ, ਇਹਨਾਂ ਗੁਰਮੁਖਾਂ ਦੀ ਸਾਰੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਕਿਤਾਬ ਵਿੱਚ ਲਿਖ ਲਿਆ, ਇਕੱਠਾ ਕਰ ਲਿਆ ਤੇ ਬਾਣੀ ਇਕੱਠੀ ਕਰਕੇ ਆਪਣੇ ਨਾਲ ਲੈ ਆਏ, ਇੱਕ ਥਾਂ ਤੇ ਇਹਨੂੰ ਇਕੱਠਾ ਕਰ ਦਿੱਤਾ। ਗੁਰੂ ਨਾਨਕ ਸਾਹਿਬ ਕੋਲ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਇਕੱਠੀ ਹੋ ਗਈ। ਉਹਨਾਂ ਨੇ ਇਹਦਾ ਪ੍ਰਚਾਰ ਸ਼ੁਰੂ ਕੀਤਾ। ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ। ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਨੂੰ ਪੜ੍ਹਦੇ ਹਾਂ, 4 ਬੰਦਿਆਂ ਦਾ ਜ਼ਿਕਰ ਆਉਂਦਾ ਹੈ ਜੋ ਗੁਰੂ ਨਾਨਕ ਸਾਹਿਬ ਕੋਲ ਰਹਿ ਕੇ ਖੁਦ ਬਾਣੀ ਲਿਖ ਕੇ ਉਤਾਰੇ ਕਰਕੇ ਤੇ ਲੈ ਕੇ ਜਾਂਦੇ ਰਹੇ, ਜਿਨ੍ਹਾਂ ਚੋਂ ਦੋਵਾਂ ਦੇ ਨਾਮ ਮੇਰੇ ਚੇਤੇ 'ਚ ਨੇ, ਛੀਹਾ ਛਿੰਬਾ ਤੇ ਹਸੂ ਲੋਹਾਰ। ਇਹ 2 ਸਿੱਖ ਬਾਬੇ ਕੋਲ ਆਏ। ਛੀਹਾ ਛਿੰਬਾ, ਛਿੰਬੇ ਦਾ ਮਤਲਬ ਤੁਸੀਂ ਸਮਝ, ਮੈਂ ਇਹਨੂੰ ਜਾਤ ਕਰਕੇ ਨਹੀਂ, ਭਾਵ ਉਹ ਬੰਦੇ ਜਿਹੜੇ ਨਾਮਦੇਵ ਸਾਹਿਬ ਦੀ ਉਸ ਗੱਲ ਨਾਲ ਜੁੜੇ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਵੇਂ ਦੀਆਂ ਗੱਲਾਂ ਨਾਮਦੇਵ ਸਾਹਿਬ ਕਰਦੇ ਨੇ ਉਵੇਂ ਦੀਆਂ ਗੁਰੂ ਨਾਨਕ ਸਾਹਿਬ ਕਰਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਕੋਲ ਆਏ, ਵੇਖਿਆ ਇਹਨਾਂ ਕੋਲ ਬਾਣੀ ਦਾ ਭੰਡਾਰ ਹੈ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਕੋਲ ਰਹੇ। ਉਹਨਾਂ ਨੇ ਆਪ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੀ ਸਾਰੀ ਬਾਣੀ ਆਪ ਮਿਹਨਤ ਕਰਕੇ ਮਹੀਨਿਆਂ ਬੱਧੀ ਰਹਿ ਕੇ ਲਿਖ ਕੇ ਆਪਣੇ ਨਾਲ ਆਪਣੇ ਪਿੰਡ ਲੈ ਗਏ।
ਹੰਸੂ ਲੋਹਾਰ ਆਇਆ, ਉਹਨੂੰ ਚੰਗਾ ਲੱਗਾ, ਉਹ ਗੁਰੂ ਨਾਨਕ ਸਾਹਿਬ ਕੋਲ ਬਾਣੀ ਲੈ ਕੇ ਆਪਣੇ ਨਾਲ। ਇਹ ਮੈਂ ਜ਼ਿਕਰ ਤਾਂ ਕੀਤਾ ਕਿ ਗੁਰੂ ਨਾਨਕ ਸਾਹਿਬ ਵੇਲੇ ਹੀ ਸਿੱਖ ਜਿਹੜੇ ਆਉਂਦੇ ਸਨ ਉਹ ਗੁਰੂ ਨਾਨਕ ਸਾਹਿਬ ਕੋਲੋਂ ਬਾਣੀ ਲਿਖ ਕੇ ਲੈ ਕੇ ਚਲੇ ਜਾਂਦੇ ਸਨ, ਜਾਂ ਕੁਝ ਸਿੱਖਾਂ ਦਾ ਉਹਨਾਂ ਨੇ ਆਪਣੇ ਵੱਲੋਂ ਖਾਸ ਪ੍ਰਬੰਧ ਕੀਤਾ, ਜਿਹੜੇ ਦੂਰੋਂ ਦੂਰੋਂ ਆਉਂਦੇ ਸਨ ਉਹਨਾਂ ਨੂੰ ਬਾਣੀ ਲਿਖ ਕੇ ਦੇ ਦਿੰਦੇ ਸਨ ਤੇ ਉਹ ਲੈ ਜਾਂਦੇ ਸਨ। ਇਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਮੁੱਖ ਮਕਸਦ ਕਾਹਦਾ ਸੀਗਾ? ਬਾਣੀ। ਹੁਣ ਮੈਂ ਇੱਥੇ ਇੱਕ ਹਵਾਲਾ ਦਵਾਂਗਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਕੱਲੇ ਗੁਰੂ ਨਾਨਕ ਸਾਹਿਬ ਦੀ, ਉਹਦੇ ਵਿੱਚ ਤੁਸੀਂ ਬਾਣੀ ਨੂੰ ਸਮਝੋ ਕਿ ਉਹ ਬਾਣੀ ਨੂੰ ਕੀ ਸਮਝਦੇ ਹਨ। ਇੱਕ ਹਵਾਲਾ ਦਵਾਂਗਾ, ਉਹਨਾਂ ਦੀ ਨਿਗਾਹ ਵਿੱਚ ਬਾਣੀ ਕੀ ਹੈ। ਉਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਇਹ ਗੁਰੂ ਨਾਨਕ ਸਾਹਿਬ ਦਾ ਹੁਕਮਨਾਮਾ, ਉਹਨਾਂ ਦਾ ਸ਼ਬਦ ਆਉਂਦਾ, ਕਈ ਵਾਰੀ ਤੁਸੀਂ ਸੁਣਿਆ ਹੋਵੇਗਾ। ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਕਹਿੰਦੇ ਕੋੜ ਦੇ ਰੋਗੀ, ਕਹਿੰਦੇ ਜਿਵੇਂ ਕੋੜ ਦਾ ਰੋਗੀ ਵਿਲ ਲਾਉਂਦਾ ਹੈ ਨਾ, ਇਹ ਮੈਨੂੰ ਇਉਂ ਮਹਿਸੂਸ ਹੁੰਦਾ ਕਿ ਜਿਹਦੇ ਕੋਲ ਬਾਣੀ ਨਹੀਂ ਉਹ ਕੋੜ ਦੇ ਰੋਗੀ ਵਾਂਗੂ ਵਿਲ ਲਾਏਗਾ। ਇਹਦਾ ਮਤਲਬ ਬਾਣੀ ਦੀ ਇੱਕ ਖਾਸ ਮਹਾਨਤਾ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰ ਦਿੱਤਾ। ਇਸੇ ਕਰਕੇ ਜਿਹੜੇ ਸਿੱਖ ਆਏ ਉਹਨਾਂ ਨੂੰ ਆਖਿਆ ਜਾਂ ਤੇ ਯਾਦ ਕਰਕੇ ਲੈ ਜਾਓ ਤੇ ਜਾਂ ਫਿਰ ਲਿਖ ਕੇ ਲੈ ਜਾਓ। ਉਹਨਾਂ ਦਿਨਾਂ ਵਿੱਚ ਸਾਖੀਆਂ ਨੂੰ ਤੇ ਸਾਹਿਤ ਨੂੰ ਪੜ੍ਹਦਿਆਂ ਮੈਨੂੰ ਇਹ ਸਮਝ ਲੱਗੀ, ਜਿਵੇਂ ਅਸੀਂ ਸ਼ਾਮ ਨੂੰ ਇੱਥੇ ਕਰਦੇ ਹਾਂ, ਮੈਂ ਉਸ ਰੀਤ ਨੂੰ ਸਮਝਣ ਦੀ ਕੋਸ਼ਿਸ਼। ਉਹਨਾਂ ਦਿਨਾਂ ਵਿੱਚ ਖਾਸ ਕਰਕੇ ਸ਼ਬਦਾਂ ਨੂੰ ਜ਼ਬਾਨੀ ਯਾਦ ਕੀਤਾ ਜਾਂਦਾ ਸੀ। ਸ਼ਾਮ ਨੂੰ ਜਦੋਂ ਜਾਂ ਸਵੇਰੇ ਜਦੋਂ ਸਤਸੰਗ ਬਹਿੰਦੀ ਸੀ ਤਾਂ ਉਸ ਵਿੱਚ ਜਦੋਂ ਕੀਰਤਨ ਹੁੰਦਾ ਸੀ ਤੇ ਕੀਰਤਨ ਨੂੰ ਦੋ ਧਿਰਾਂ 'ਚ ਗਾਇਆ ਜਾਂਦਾ ਸੀ। ਕੀਰਤਨ ਕਰਨ ਵਾਲਾ ਵੀ ਗਾਉਂਦਾ ਸੀ ਤੇ ਜਿਹੜੀ ਸੰਗਤ ਸੀ ਉਹ ਵੀ ਪਿੱਛੇ ਪਿੱਛੇ ਗਾਉਂਦੀ ਸੀ। ਇਹਦੇ ਨਾਲ ਗਾਉਂਦਿਆਂ ਗਾਉਂਦਿਆਂ ਉਹਨਾਂ ਨੂੰ ਕੀ ਯਾਦ ਹੋ ਜਾਂਦੇ ਸਨ? ਸ਼ਬਦ ਯਾਦ ਹੋ ਜਾਂਦੇ ਸਨ। ਇਸੇ ਕਰਕੇ ਉਹਨਾਂ ਦਿਨਾਂ 'ਚ ਤੁਸੀਂ ਵੇਖੋ, ਉਹਨਾਂ ਦਿਨਾਂ ਨੂੰ ਛੱਡੋ, ਅੱਜ ਤੋਂ ਜੇ ਤੁਹਾਨੂੰ ਕੋਈ 100 ਸਾਲ ਵਾਲਾ ਬਜ਼ੁਰਗ ਮਿਲ ਜਾਏ, 90 ਸਾਲ ਵਾਲਾ ਬਜ਼ੁਰਗ ਪਹਿਲੇ ਆਪਣੇ, ਉਹਨਾਂ ਨੂੰ ਸਹਿਜੇ, ਭਾਵੇਂ ਉਹ ਪੜ੍ਹੇ ਨਹੀਂ ਸੀ, ਉਹਨਾਂ ਨੂੰ ਜਪਜੀ ਸਾਹਿਬ ਯਾਦ ਸੀਗਾ, ਉਹਨਾਂ ਨੂੰ ਸੁਖਮਨੀ ਸਾਹਿਬ ਯਾਦ ਸੀਗਾ। ਬੜੇ ਬਜ਼ੁਰਗ ਐਸੇ ਸਨ। ਉਹ ਜੇ ਉਹਨਾਂ ਦੀ ਪੜ੍ਹਾਈ ਪੁੱਛੀਏ, ਕਿਉਂਕਿ ਉਦੋਂ ਸਾਡੇ 'ਚ ਵਿਧਾਨ ਸੀਗਾ, ਦੋ ਚੀਜ਼ਾਂ ਸੀ। ਇੱਕ ਸੀ ਸਾਖੀ। ਸਾਖੀ ਦਾ ਮਤਲਬ ਹੈ ਜਿਹੜੀਆਂ ਇੱਕ ਤੋਂ ਦੂਜੇ ਨੂੰ ਸੁਣੀਆਂ, ਦੂਜੇ ਤੋਂ ਲਿਖੀਆਂ ਹੋਈਆਂ ਨਹੀਂ, ਸੁਣੀਆਂ ਸੁਣਾਈਆਂ। ਸ਼ਾਮ ਨੂੰ ਇਕੱਠੇ ਹੋਣਾ, ਆਖਣਾ ਕਿ ਚੱਲ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾ। ਕਿਸੇ ਨੇ ਮੱਕੇ ਵਾਲੀ ਸੁਣਾਉਣੀ, ਕਿਸੇ ਨੇ ਕਿਸੇ ਸੁਣਾਉਣੀ, ਕਿਸੇ ਨੇ, ਇਹ ਸਾਡੇ ਘਰਾਂ ਦਾ ਰਿਵਾਜ ਸੀ। ਤੇ ਦੂਜਾ ਸੀਗਾ, ਇੱਕ ਬੰਦਾ ਅੱਗੇ ਅੱਗੇ ਸ਼ਬਦ ਪੜ੍ਹਦਾ ਸੀ, ਦੂਜਾ ਉਹਦੇ ਪਿੱਛੇ ਪੜ੍ਹਦਾ ਸੀ, ਤੇ ਇਵੇਂ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਨੂੰ ਬਾਣੀ ਯਾਦ ਹੋ ਜਾਂਦੀ ਸੀ। ਭਾਵ ਮੈਂ ਉਹ ਕਹਾਂਗਾ ਕਿ ਜਦੋਂ ਬਾਣੀ ਦਾ ਕਮਰਸ਼ਲੀ ਕਰਨਾ, ਜਿਹਨੂੰ ਆਪਾਂ ਕਹਿੰਦੇ, ਜਦੋਂ ਬਾਣੀ ਪੈਸੇ 'ਚ ਨਹੀਂ ਸੀ ਗਾਈ ਜਾਂਦੀ, ਅੱਜ ਹੁਣ ਪੈਸੇ 'ਚ ਗਾਈ ਜਾਂਦੀ। ਜਦੋਂ ਇਸ ਤਰ੍ਹਾਂ ਨਹੀਂ, ਜਦੋਂ ਆਮ ਲੋਕ ਗਾਉਂਦੇ ਸਨ, ਜਦੋਂ ਇਹਨੂੰ ਇਹ ਸਮਝਦੇ ਸਨ ਕਿ ਜੇ ਬਾਣੀ ਨਾ ਪੜ੍ਹੀ ਤੇ ਸਾਡਾ ਹਾਲ ਉਸ ਕੋੜੀ ਵਰਗਾ ਹੋ ਜਾਣਾ, ਜਦੋਂ ਇਉਂ ਸਮਝਦੇ ਸਨ, ਉਦੋਂ ਲੋਕੀ ਮਿਲ ਕੇ ਗਾਉਂਦੇ ਸਨ। ਇਸੇ ਕਰਕੇ ਬਾਣੀ ਉਦੋਂ ਸਹਿਜੇ ਬੰਦਿਆਂ ਨੂੰ ਗਾ ਯਾਦ ਹੋ ਜਾਂਦੀ। ਇੱਥੇ ਮੈਂ ਇਹ ਪ੍ਰੀਖਣ ਬੱਚਿਆਂ ਤੇ ਕਰਕੇ ਵੇਖਿਆ। ਮੈਂ ਛੋਟੇ ਛੋਟੇ ਸ਼ਬਦ ਉਹਨਾਂ ਬੱਚਿਆਂ ਨੂੰ ਨਾ ਦਿਖਾਏ, ਕਦੀ ਉਹਨਾਂ ਦੇ ਸਾਹਮਣੇ, ਮੈਂ ਅੱਗੇ ਪੜ੍ਹਦਾ ਰਿਹਾ, ਪਿੱਛੇ ਉਹ ਬੱਚੇ ਪੜ੍ਹੇ, ਮੈਂ ਵੇਖਿਆ ਸਹਿਜੇ ਸਹਿਜੇ ਵੱਡੇ ਵੱਡੇ ਸ਼ਬਦ ਉਹਨਾਂ ਬੱਚਿਆਂ ਨੂੰ 10-10 ਦਿਨਾਂ 'ਚ ਯਾਦ ਹੋ ਗਏ। ਕਿਵੇਂ ਯਾਦ ਹੋ ਗਿਆ? ਮੈਂ ਉਹਨਾਂ ਦੇ ਸਾਹਮਣੇ ਕੋਈ ਸ਼ਬਦ ਨਹੀਂ ਰੱਖਿਆ, ਕਦੀ ਉਹਨਾਂ ਨੂੰ ਲਿਖ ਕੇ ਨਹੀਂ ਦਿੱਤਾ। ਹਾਲਾਂਕਿ ਚਾਹੁੰਦਾ ਤੇ ਮੈਂ ਉਹਨਾਂ ਨੂੰ ਪ੍ਰਿੰਟ ਆਊਟ ਵੀ ਕੱਢ ਕੇ ਦੇ ਸਕਦਾ ਸੀ, ਪਰ ਮੈਂ ਖੁਦ ਮਹਿਸੂਸ ਕਰਨਾ। ਮੈਂ ਦੇਖਿਆ ਉਹ ਬੱਚੇ ਤੁਹਾਡੇ ਸਾਹਮਣੇ ਸੰਗਰਾਂਦ ਤੇ ਬੱਚੇ ਪੜ੍ਹਦੇ ਨੇ, ਕੋਈ ਉਹਨਾਂ ਦੇ ਹੱਥ 'ਚ ਪਰਚਾ ਨਹੀਂ। ਇਹ ਸਾਡਾ ਵਿਧਾਨ ਸੀਗਾ, ਸਾਡੇ ਘਰਾਂ 'ਚ ਇਸ ਤਰ੍ਹਾਂ ਹੀ ਸੀਗਾ। ਇਹ ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਗੱਲ ਕਰ ਰਿਹਾ। ਉਦੋਂ ਜਿਹੜੇ ਸਿੱਖ ਆਉਂਦੇ ਸਨ ਸਤਸੰਗਤ 'ਚ, ਭਾਵੇਂ 10 ਮਿੰਟ 15 ਮਿੰਟ 20 ਮਿੰਟ ਬਹਿਣ, ਉਹ ਇਸ ਤਰ੍ਹਾਂ, ਇਹਨੂੰ ਕਹਿੰਦੇ ਚੋਟੀਆਂ ਦਾ ਕੀਰਤਨ ਕਰਨਾ। ਇੱਕ ਜਾਣੇ ਨੇ ਅੱਗੇ ਗਾਉਣਾ, ਇੱਕ ਜਾਣੇ ਨੇ ਪਿੱਛੇ ਗਾਉਣਾ, ਇਵੇਂ ਗਾਉਂਦਿਆਂ ਗਾਉਂਦਿਆਂ ਸ਼ਬਦ ਯਾਦ ਹੋ ਜਾਂਦੇ ਸਨ ਤੇ ਉਹਨੂੰ ਗਾਉਂਦੇ ਰਹਿੰਦੇ ਸਨ। ਅੱਜ ਇੱਕ ਸ਼ਬਦ ਗਾਇਆ, ਕੱਲ ਦੂਜਾ ਗਾਇਆ, ਤੀਜਾ। ਸੋ ਇਹ ਪ੍ਰਪਾਟੀ ਉਦੋਂ ਦੀ ਸੀ, ਲਿਖਣ ਦੀ ਪ੍ਰਪਾਟੀ ਵੀ ਸੀਗੀ। ਇਹ ਕੰਮ ਧੀਰੇ ਧੀਰੇ ਚੱਲਦਾ ਰਿਹਾ। ਇਹ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਇਕੱਠੀ ਕੀਤੀ, ਇਹ ਗੁਰੂ ਅੰਗਦ ਸਾਹਿਬ ਕੋਲ ਪਹੁੰਚ ਗਈ। ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਕੋਲ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਕੋਲ, ਗੁਰੂ ਰਾਮਦਾਸ ਤੋਂ ਗੁਰੂ ਅਰਜਨ ਸਾਹਿਬ ਤੱਕ। ਜਦੋਂ ਗੁਰੂ ਅਰਜਨ ਸਾਹਿਬ ਤੱਕ ਪਹੁੰਚੀ ਹੈ ਤੇ ਇੱਥੇ ਬਾਣੀ ਦਾ ਇੱਕ ਵੱਡਾ ਰੂਪ ਗੁਰੂ ਸਾਹਿਬ ਕੋਲ ਇਕੱਠਾ ਹੋ ਗਿਆ। 15 ਭਗਤਾਂ ਦੀ ਬਾਣੀ ਇਕੱਠੀ ਹੋ ਗਈ। ਗੁਰੂ ਨਾਨਕ ਸਾਹਿਬ 16ਵੇਂ ਹੋ ਗਏ, 17ਵੇਂ ਗੁਰੂ ਅੰਗਦ ਸਾਹਿਬ ਹੋ ਗਏ, 18ਵੇਂ ਗੁਰੂ ਅਮਰਦਾਸ ਹੋ ਗਏ, 19ਵੇਂ ਗੁਰੂ ਰਾਮਦਾਸ ਹੋ ਗਏ ਤੇ 20ਵੇਂ ਗੁਰੂ ਅਰਜਨ ਸਾਹਿਬ ਹੋ ਗਏ। ਤੇ ਗੁਰੂ ਅਰਜਨ ਸਾਹਿਬ ਵੇਲੇ ਤੱਕ 11 ਭੱਟਾਂ ਨੇ ਵੀ ਆਪਣੀ ਬਾਣੀ ਲਿਖ ਦਿੱਤੀ ਸੀ। 20 ਤੇ 11 21 ਹੋ ਗਏ।
तो इस तरीके दे नाल ये 31 महापुरखों के बचन जिहड़े हन गुरु अर्जन साहब तक इकट्ठे हो गए सन। पर इत्थे एक वड्डा सवाल एक दिन खड़ा होया, जदों दरबार साहब च कीर्तन हो रहा सी तां उस कीर्तन दे विच किसे सज्जण ने, उन्हां दिनां च एवें बंदिश नहीं सी, जिहड़े सज्जण दूरों दूरों आउंदे सन ओह दरबार साहब च आके कीर्तन कर सकते सन, ऐसी बंदिश नहीं सी। किसी सज्जण ने उस संगत चों आया सीगा, उन्हें कीर्तन करते वक्त वो शब्द पढ़ दिता जिहड़ा ना भगतां दा सीगा, ना भट्टां दा सीगा, ना गुरुआं दा सीगा, जिन्हों आपां कहने कच्ची बाणी दा सीगा। जदों इस गल दा पता लगा, ये खबर गुरु अर्जन साहब तक पहुंची तो उन्होंने आख्या सानू सावधान हो जाना चाहिए। भाव आम संगत नूं नहीं पता लगा कि ये कच्ची बाणी है कि पक्की बाणी, इस गल का जी पता भाई गुरदास जी, बाबा बुढ़ा साहब जी ते होर गुरु के प्यार वाले जिहड़े नीज नाल शब्द पढ़ते सन उन्हां नूं पता लगा। इहदा जिक्र बंसावली नामे च आउंदा है। कहंदे गुरु अर्जन साहब ने आख्या, कहण लगे भाई गुरदास गुरां दी बाणी जुदा करिए, मीणे पाण लगे ने रड़ा, गुरां दी बाणी जुदा कर धरीए। कि ये रड़ा होण लगा इस बाणी च, इस करके आपां इस बाणी नूं की कर लईए, जुदा कर लईए। फिर इस ग्रंथ नूं बनाउणा शुरू किया जिन्हों आदबीड़ कहिंदे आ। ते कई महीने ला के गुरु अर्जन साहब ने अते भाई गुरदास जी, बाबा बुढ़ा जी ते होर सिखां ने इस सारी बयानी नूं पहिलां दो हिस्सियां च वंडिया, एक हिस्सा राग वाला, एक हिस्सा राग तो बिना। इहनूं कहंदे राग बद्ध ते राग मुक्त, दो हिस्सियां च वंडिया। फिर जिहड़ा रागां वाला हिस्सा सी उहनूं 31 हिस्सियां च वंडिया, 30 हिस्सियां च वंडिया। जिहड़ा 31वां राग है जैजावंती वो बादां च आया, गुरु तेग बहादुर जी दा है, 30 हिस्सियां च वंडिया। उन्हां 30 हिस्सियां दे विच सब तो पहलां गुरु नानक साहब दी बाणी लिखी पहले राग च, फिर गुरु अंगद साहब दी जे है, फिर गुरु अमरदास दी, फिर गुरु रामदास दी, फिर गुरु अर्जन साहब दी। फिर इस तरह एक लड़ी, एक पैटर्न बनाया। इस पैटर्न के अधीन सारा गुरु ग्रंथ साहब लिख के ਇਹਦਾ ਪ੍ਰਕਾਸ਼ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਕੀਤਾ, ਜਿਹਦਾ ਦਿਹਾੜਾ ਸੀ ਕੱਲ ਨੂੰ ਮਨਾ ਰਹੇ ਹਾਂ। ਤੇ ਜਦੋਂ ਪ੍ਰਕਾਸ਼ ਕੀਤਾ ਤੇ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਗੱਲ ਕਹੀ, ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ਾਂ, ਸੁਣੇ ਸਭ ਪੰਥ। ਕਿ ਇਸ ਬਾਣੀ ਦੀ ਆਵਾਜ਼ ਦਿਓ ਤੇ ਇਸ ਬਾਣੀ ਦੀ ਆਵਾਜ਼ ਨੂੰ ਕੌਣ ਸੁਣੇ? ਸਾਰਾ ਪੰਥ ਸੁਣੇ। ਤੋ ਇਸ ਤਰੀਕੇ ਦੇ ਨਾਲ ਇਹ ਸੰਖੇਪ ਜੀ ਪੰਛੀ ਚਾਹਤ ਅਸੀਂ ਸਾਂਝੀ ਕੀਤੀ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਇੱਥੇ ਹੀ ਸਮਾਪਤੀ ਹੈ। ਕੱਲ ਨੂੰ ਵਿਸ਼ੇਸ਼ ਦੀਵਾਨ ਸੱਜਣੇ ਹਨ। ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਜੋ ਪਹਿਲਾਂ ਵੀ ਇੱਥੇ ਗੁਰੂ ਘਰ ਕਥਾ ਵਾਰਤਾਪ ਜੀ ਨੂੰ ਸੁਣਾਉਂਦੇ ਰਹੇ ਹਨ, ਉਹ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰੂ ਕੀ ਸਾਖੀ ਆਪ ਜੀ ਨਾਲ ਸਾਂਝੀ ਕਰਨਗੇ। ਗੁਰੂ ਕੇ ਲੰਗਰ ਵੀ ਵਰਤਣੇ ਹਨ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋਣੀ ਹੈ। ਉਹਦੇ 'ਚ ਆਪ ਜੀ ਨੇ ਖਾਸ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਨੀ। ਛਕਣ ਵਾਲੇ ਵੀ ਬਹੁਤ ਆ ਜਾਂਦੇ ਹਨ, ਰਸਨਾ ਦੇਣ ਵਾਲੇ ਵੀ ਬਹੁਤ ਨੇ, ਪਰ ਬਣਾਉਣ ਵਾਲਿਆਂ ਦੀ ਕਈ ਵਾਰ ਘਾਟ ਆ ਜਾਂਦੀ ਹੈ। ਸੋ ਬੇਨਤੀ ਹੈ ਬੀਬੀਆਂ ਨੂੰ ਖਾਸ ਕਰਕੇ ਕਿ ਆਪ ਜੀ ਨੇ ਸਮਾਂ ਕੱਢ ਕੇ 5 ਵਜੇ ਨਹੀਂ ਤਾਂ 5:30 ਵਜੇ ਤੱਕ ਪਹੁੰਚ ਕੇ ਲੰਗਰ ਪਕਾਉਣ ਦੀ ਜਿਹੜੀ ਸੇਵਾ ਹੈ ਉਹਦੇ 'ਚ ਹਿੱਸਾ ਪਾਉਣਾ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਹਰ ਨਾਰ ਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰੜਾ। ਸਮਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਝਾਈਆਂ।
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਕਾਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ